ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਭਾਗਾਂ ਵਾਲਿਓ, ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸੱਚੀ ਸਰਕਾਰ ਦਸ਼ਮੇਸ਼ ਪਿਤਾ ਜੀ ਨੇ 9 ਦਿਨ ਭਾਗ ਲਾਏ। ਪਾਤਸ਼ਾਹ ਆਏ ਸਨ ਮਾਈ ਦੇਸਾਂ ਦੀ ਪ੍ਰੇਮਾ ਭਗਤੀ ਸਦਕਾ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ 1706 ਈਸਵੀ ਦੇ ਵਿੱਚ 18 ਜੇਠ ਵਾਲੇ ਦਿਨ ਇਸ ਨਗਰ 'ਚ ਪਹੁੰਚੇ ਸਨ। ਪਹਿਲੀ ਰਾਤ ਜਿੱਥੇ ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ ਹੋਰਾਂ ਨੇ ਤਿਆਰਾ ਕੀਤਾ ਸੀ ਸਤਿਗੁਰਾਂ ਦੇ ਬੈਠਣ ਲਈ, ਬਿਰਾਜਣ ਲਈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਜਿਹਨੂੰ ਸਤਿਗੁਰਾਂ ਨੇ ਪਾਉਂਟਾ ਸਾਹਿਬ ਦਾ ਖਿਤਾਬ ਦਿੱਤਾ, ਸੁਸ਼ੋਭਿਤ ਹੈ, ਉੱਥੇ ਗੁਜ਼ਾਰੀ। ਔਰ ਦੂਸਰੇ ਦਿਨ ਸਾਰੇ ਸਿੰਘਾਂ ਸਮੇਤ, ਮਾਤਾ ਸਾਹਿਬ ਕੌਰ, ਸੁੰਦਰ ਕੌਰ ਸਮੇਤ ਮਾਤਾ ਦੇਸਾਂ ਨੂੰ ਮਿਲਣ ਲਈ ਉਹਦੇ ਘਰ ਗਏ। ਜੋ ਬੁਰਜ ਸਾਹਿਬ ਉਸ ਟਾਈਮ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਸਨ, ਉਹ ਬਾਬੇ ਦਾ ਬੁਰਜ, ਉਹ ਬੁਰਜ ਮਾਈ ਦੇਸਾਂ ਜੋ ਅੱਜ ਕੱਲ੍ਹ ਗੁਰਦੁਆਰਾ ਮਾਈ ਦੇਸਾਂ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਸਥਾਨ 'ਤੇ ਸਤਿਗੁਰਾਂ ਨੇ 9 ਦਿਨ ਵਿਸਰਾਮ ਕੀਤਾ। ਦਿਨ ਵੇਲੇ ਬਾਹਰ ਜਿੱਥੇ ਮੰਜੀ ਸਾਹਿਬ ਹੈ, ਉਸ ਸਥਾਨ 'ਤੇ ਇਲਾਕੇ ਦੀਆਂ ਸੰਗਤਾਂ ਦਰਸ਼ਨ ਦਿਦਾਰੇ ਕਰਨ ਆਉਂਦੀਆਂ, ਖੰਡੇ ਦੀ ਪਹੁਲ ਤਿਆਰ ਹੁੰਦੀ, ਕਥਾ ਕੀਰਤਨ ਹੁੰਦਾ ਅਤੇ ਸੰਗਤਾਂ ਗੁਰੂ ਕੇ ਜਹਾਜ਼ੇ ਚੜ੍ਹਦੀਆਂ, ਸਤਿਗੁਰਾਂ ਦੇ ਹੱਥੋਂ ਖੰਡੇ ਦੀ ਪਹੁਲ ਛਕ ਕੇ ਨਾਮਦਾਨ ਲੈ ਕੇ ਆਪਣੇ ਜਨਮ ਨੂੰ ਸਫਲਾ ਕਰਦੀਆਂ ਔਰ ਕਰਤੇ ਪੁਰਖ ਦੇ ਮਿਲਾਪ ਦੇ ਰਸਤੇ ਤੁਰਦੀਆਂ। ਉਹਨਾਂ 9 ਦਿਨਾਂ ਦੌਰਾਨ ਜੋ ਬ੍ਰਹਮ ਗਿਆਨ ਦੀਆਂ ਦਾਤਾਂ, ਜੋ ਬਖਸ਼ਿਸ਼ਾਂ, ਜੋ ਗੁਹਜ ਭੇਤ, ਜੋ ਬੀਜ ਮੰਤਰ, ਜੋ ਧਰਮ ਦੇ ਗੁੱਝੇ ਸੀਕਰੇਟ ਮਾਈ ਦੇਸਾਂ ਦੀ ਝੋਲੀ ਪਾਏ, ਬਖਸ਼ਿਸ਼ ਕਰਕੇ ਗਏ। ਇਹਨਾਂ 50 ਸਾਲਾਂ ਦੌਰਾਨ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਦਿਆਂ, ਮੰਨਣ ਕਰਦਿਆਂ ਮਾਤਾ ਦੇਸਾਂ ਨੇ ਸਾਡੀ ਝੋਲੀ ਪਾਏ। ਜੋ ਆਤਮਿਕ ਦ੍ਰਿਸ਼ਟੀ, ਜੋ ਸਹਿਜ ਦ੍ਰਿਸ਼ਟੀ ਸਾਨੂੰ ਬਖਸ਼ਿਸ਼ ਹੋਈ ਹੈ, ਉਸ ਦਾ ਸਦਕਾ, ਮਾਂ ਦੇਸਾਂ ਦੇ ਹੁਕਮਾਂ ਸਦਕਾ, ਦਰਸ਼ਨ ਦਿਦਾਰੇ ਕਰਨ ਆਉਣ ਵਾਲੀਆਂ ਸੰਗਤਾਂ ਦੇ ਪਿਆਰ ਸਦਕਾ ਅਸੀਂ ਉਹ ਸਾਰੀ ਸਾਂਝ ਆਪ ਸੰਗਤਾਂ ਨਾਲ ਪਾਉਣੀ ਸ਼ੁਰੂ ਕੀਤੀ ਹੈ। ਬਖਸ਼ਿਸ਼ ਹੋਈ ਹੈ ਮਾਤਾ ਜੀ ਵੱਲੋਂ ਕਿ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੋਂ ਰੋਜ਼ਾਨਾ ਹੁਕਮਨਾਮਾ ਸਾਹਿਬ ਸਾਨੂੰ ਮਿਲਦਾ ਹੈ, ਜੋ ਪੂਰੀ ਕਾਇਨਾਤ ਦੇ ਲੋਕਾਂ ਨੂੰ, ਪੂਰੀ ਦੁਨੀਆ ਦੇ ਲੋਕਾਂ ਨੂੰ ਇੱਕ ਮੈਸੇਜ ਹੈ ਅਧਿਆਤਮ ਦਾ, ਕਰਤੇ ਪੁਰਖ ਨਾਲ ਮਿਲਾਪ ਦਾ, ਜਿਹਦੀ ਉਡੀਕ ਬੜੀ ਬੇਸਬਰੀ ਨਾਲ ਸੰਗਤਾਂ ਕਰਦੀਆਂ ਹਨ। ਅਤੇ ਜੋ ਦ੍ਰਿਸ਼ਟੀ ਤੁਹਾਨੂੰ ਬਖਸ਼ਿਸ਼ ਕੀਤੀ ਹੈ, ਉਸ ਦ੍ਰਿਸ਼ਟੀ ਦੁਆਰਾ ਤੁਸੀਂ ਵੀ ਉਸੇ ਮੁੱਖ ਵਾਕ ਦੀ ਸਾਂਝ ਗੁਰੂ ਪਿਆਰ ਵਾਲੀਆਂ ਸੰਗਤਾਂ ਨਾਲ ਪਾਇਆ ਕਰੋ ਅਤੇ ਆਪਾਂ ਰੋਜ਼ਾਨਾ ਉਹ ਸਾਂਝ ਪਾਉਣੇ ਹਾਂ। ਸਤਿਗੁਰੂ ਕਿਰਪਾ ਕਰਨ ਕਿ ਅਸੀਂ ਦੱਸੇ ਹੋਏ ਮਾਰਗ 'ਤੇ ਚੱਲਣ ਦਾ ਪ੍ਰਣ ਕਰ ਸਕੀਏ, ਚੱਲ ਸਕੀਏ। ਅਤੇ ਚੱਲਣ ਦਾ ਮੇਨ ਮਹੱਤਵ ਇਹੀ ਹੈ ਕਿ ਸਾਨੂੰ ਆਪਣੇ ਆਪੇ ਦਾ ਮਿਲਾਪ ਹੋਵੇ, ਆਪਣੇ ਆਪੇ ਨੂੰ ਜਾਣ ਸਕੀਏ। ਅੱਜ ਦਾ ਜੋ ਮੁੱਖ ਵਾਕ ਹੈ, ਭਗਤ ਕਬੀਰ ਜੀਓ ਕੀ ਬਾਣੀ ਦੇ ਵਿੱਚੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਧਨਾਸਰੀ ਭਗਤ ਕਬੀਰ ਜੀ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ,
ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ ਰਹਾਓ। ਇਹ ਸਾਰੇ ਵਾਕ ਦਾ ਸੈਂਟਰਲ ਆਈਡੀਆ ਹੈ। ਆਪਾਂ ਜਿੱਦੇ ਤੋਂ ਸਾਂਝ ਪਾਉਣ ਲੱਗੇ ਹਾਂ ਉਹਦੇ ਤੋਂ ਹੀ ਇਹ ਗੱਲ ਕਰਦੇ ਹਾਂ, ਕਿਉਂਕਿ ਸਾਨੂੰ ਮਾਤਾ ਜੀ ਦਾ ਇਹੀ ਹੁਕਮ ਹੈ ਕਿ ਜਦੋਂ ਸੰਗਤਾਂ ਨਾਲ ਸਾਂਝ ਪਾਉਣੀ ਆ, ਗੱਲਬਾਤ ਕਰਨੀ ਆ, ਉਹ ਇੰਨੀ ਸਹਿਜ ਅਤੇ ਸਿੱਧ ਪੱਧਰੀ ਹੋਣੀ ਚਾਹੀਦੀ ਹੈ ਕਿ ਉਹ ਹਰ ਇੱਕ ਦੇ ਸਮਝ ਆ ਸਕੇ ਅਤੇ ਇਸ ਤਰ੍ਹਾਂ ਦੀ ਗੱਲਬਾਤ ਹੋਵੇ ਕਿ ਆਪਾਂ ਸਾਹਮਣੇ ਬਹਿ ਕੇ ਸਤਿਗੁਰਾਂ ਨਾਲ ਹੀ ਗੱਲਾਂ ਬਾਤਾਂ ਕਰ ਰਹੇ ਹਾਂ। ਸਤਿਗੁਰਾਂ ਤੋਂ ਉਹਨਾਂ ਦੇ ਅੰਮ੍ਰਿਤ ਵਚਨ ਆ ਜਿਹੜੇ ਸਾਡੀ ਝੋਲੀ ਪੈ ਰਹੇ ਆ। ਅਸੀਂ ਇੱਕ ਬੇਨਤੀ ਬਹੁਤ ਸਮੇਂ ਤੋਂ ਕਰਦੇ ਹੁੰਦੇ ਹਾਂ ਜਦੋਂ ਵੀ ਸੰਗਤਾਂ ਆਉਂਦੀਆਂ ਦਰਸ਼ਨ ਦਿਦਾਰੇ ਕਰਨ, ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਆਪੇ ਨੂੰ ਜਾਣਨ ਵਾਲਿਆਂ ਦੇ ਉਹ ਸੁਪਰ ਅਨੁਭਵ ਨੇ ਜਿਹੜੇ ਅੱਗੇ ਕਾਇਨਾਤ ਦੇ ਵਿੱਚ ਵੰਡਣ ਲਈ ਪੰਜਵੇਂ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੇ, ਬੜੇ ਸੰਭਾਲ ਕੇ ਸਾਡੇ ਲਈ ਆਦ ਬੀੜ ਸੁਸ਼ੋਭਿਤ ਕੀਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅੱਜ ਸੁਭਾਏਮਾਨ ਨੇ। ਅਤੇ ਇਹਦੇ 'ਚ ਅਸੀਂ ਇਹ ਜਾਣ ਜੀਏ ਪਹਿਲਾਂ ਹੀ ਕਿ ਕੱਚੀ ਪਹਿਲੀ ਤੋਂ ਲੈ ਕੇ ਇਹਦੇ 'ਚ ਕੱਚੀ ਪਹਿਲੀ ਵਾਲੇ ਬੱਚੇ ਲਈ ਵੀ ਸੰਦੇਸ਼ ਹੈ ਕਿ ਆ ਬੱਚਾ, ਪਹਿਲਾਂ ਤਾਂ ਤੂੰ ਕੁਛ ਛਕ, ਕਿਉਂਕਿ ਜੇ ਤੇਰੀ ਪ੍ਰਾਣ ਸ਼ਕਤੀ ਕਾਇਮ ਹੋਊਗੀ, ਤੈਨੂੰ ਖਾਣ ਨੂੰ ਕੁਛ ਮਿਲਿਆ ਹੋਊਗਾ, ਉਦੋਂ ਬਾਅਦ ਵਾਲੀ ਗੱਲ ਤਾਂ ਫੇਰ ਹੋਣੀ ਹੈ। ਜਿਵੇਂ ਆਂਗਣਵਾੜੀ ਦੇ ਵਿੱਚ ਬੱਚੇ ਨੂੰ ਸਿਰਫ ਖਾਣ ਨੂੰ ਹੀ ਦਿੱਤਾ ਜਾਂਦਾ ਅਤੇ ਫਿਰ ਕਿਹਾ ਜਾਂਦਾ ਕਿ ਤੂੰ 5-4 ਮਿੰਟਾਂ ਲਈ ਬਸ ਸਾਰੇ ਦਿਨ 'ਚ, ਕਿ ਇਸ ਤਰ੍ਹਾਂ ਪੁੱਤਰ ਪੰਥੀ ਮਾਰੀ ਦੀ ਆ, ਇਸ ਤਰ੍ਹਾਂ ਬੈਠੀ ਦਾ, ਇਸ ਤਰ੍ਹਾਂ ਤੱਪੜ ਵਸਾ ਕੇ ਲੈਣਾ 'ਚ ਬੈਠੀ ਦਾ। ਉਹ ਇੱਕ ਮੈਡਮ ਉਹਦੇ 'ਤੇ ਪਹਿਰਾ ਲਾਉਂਦੇ ਨੇ ਕੁਛ ਚਿਰ, ਉਦੋਂ ਬਾਅਦ ਫਿਰ ਉਹਨਾਂ ਨੂੰ ਖੇਡਾਂ ਫੜਾ ਆਉਂਦੇ ਨੇ ਕਿ ਖੇਡੋ, ਨਿੱਕੀਆਂ ਨਿੱਕੀਆਂ ਖੇਡਾਂ, ਉਹ ਮਨ ਪਰਚਿਆ ਰਹਿੰਦਾ। ਉਵੇਂ ਜਿਵੇਂ ਗੁਰੂ ਘਰ ਦੇ ਵਿੱਚ ਜਦੋਂ ਕੋਈ ਪਹਿਲੀ ਵਾਰ ਆਉਂਦਾ, ਉਮਰ ਉਹਦੀ ਕੋਈ ਵੀ ਹੋ ਸਕਦੀ ਹੈ, ਉਮਰ ਉਹਦੀ ਕੋਈ ਵੀ ਹੋ ਸਕਦੀ ਹੈ, ਕੋਈ ਜ਼ਰੂਰੀ ਨਹੀਂ ਕਿ ਉਮਰ ਦੇ ਹਿਸਾਬ ਨਾਲ। ਇੱਧਰ ਵਿਦਿਆਰਥੀ ਜੇ ਬਾਹਰੀ ਦੁਨੀਆ ਦੇ ਵਿੱਚ ਕੋਈ ਬਹੁਤ ਵੱਡੇ ਅਹੁਦਿਆਂ 'ਤੇ ਵੀ ਪਹੁੰਚ ਚੁੱਕਿਆ, ਬੜੀ ਵੱਡੀ ਉਮਰ ਹੋ ਚੁੱਕੀ ਹੈ, ਪਰ ਉਹਦਾ ਗੁਰੂ ਨਾਲ ਬਾਹ ਨਹੀਂ ਪਿਆ, ਗੁਰੂ ਘਰ ਕਦੇ ਆਇਆ ਨਹੀਂ, ਬਾਣੀ ਕਦੇ ਪੜ੍ਹੀ ਨਹੀਂ, ਬਾਣੀ ਬਾਰੇ ਪਤਾ ਨਹੀਂ ਹੈ, ਅਤੇ ਉਹ ਵੀ ਕੱਚੀ ਪਹਿਲੀ ਵਾਲਾ ਹੀ ਵਿਦਿਆਰਥੀ ਹੈ। ਜੇ ਉਹ ਆਪਣੇ ਅਹੁਦੇ ਦਾ ਮਾਣ ਅਤੇ ਆਪਣੀ ਵੱਡੀ ਉਮਰ ਦਾ ਮਾਣ ਤਿਆਗ ਕੇ ਆਉਂਦਾ ਸਤਿਗੁਰਾਂ ਦੀ ਸ਼ਰਨ 'ਚ, ਤਾਂ ਉਹਨੂੰ ਬੜੀ ਛੇਤੀ ਇਹ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਮੈਂ ਇੱਥੋਂ ਲੈਣ ਕੀ ਆਇਆ, ਮੈਨੂੰ ਮਿਲੂਗਾ ਕਿਵੇਂ। ਕੱਚੀ ਪਹਿਲੀ 'ਚ ਕੀ ਹੁੰਦਾ, ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜੋ ਸ਼ੁਰੂਆਤ ਕੀਤੀ ਪ੍ਰਸ਼ਾਦ ਦੀ ਅਤੇ ਗੁਰੂ ਕੇ ਲੰਗਰ ਦੀ, ਜੋ 20 ਰਜਤਪਣ ਦਾ ਲੰਗਰ ਬੁੱਧ ਪੁਰਸ਼ਾਂ ਦੀ ਹਜ਼ੂਰੀ 'ਚ ਸ਼ੁਰੂ ਕੀਤਾ ਸੀ, ਉਹਨਾਂ ਦੀ ਅਰਦਾਸ ਨਾਲ ਸ਼ੁਰੂ ਹੋਇਆ ਸੀ, ਜੋ ਦੁਨੀਆ ਦੇ ਕੋਨੇ-ਕੋਨੇ 'ਚੋਂ ਇਕੱਤਰ ਹੋ ਕੇ ਪੂਰੇ ਭਾਰਤ ਵਰਸ਼ ਦੇ ਵਿੱਚ ਘੁੰਮਦੇ ਰਹਿੰਦੇ ਸੀ, ਮਹੀਨਾ 2-2 ਮਹੀਨੇ, ਕਿਸੇ ਥਾਂ 4 ਮਹੀਨੇ ਚਮਾਸਾ ਕੱਟਣਾ, ਉੱਥੋਂ ਦੇ ਲੋਕਾਂ ਨੂੰ ਕਰਤੇ ਪੁਰਖ ਨਾਲ ਜੋੜਨਾ, ਸੋਝੀ ਦੇਣੀ, ਸਿਮਰਨ ਕਰਾਉਣਾ, ਜਾਪ ਕਰਾਉਣਾ, ਧਿਆਨ ਕਰਾਉਣਾ, ਇਹ ਉਹਨਾਂ ਦੇ ਫਰਜ਼ ਸੀਗੇ, ਜਿਹਦੇ ਵਿੱਚ ਬੜੇ ਪ੍ਰਸਿੱਧ ਸਾਧੂ ਵੀ ਸੀਗੇ, ਸੰਤ ਰੈਣ ਮਹਾਰਾਜ ਵਰਗੇ। ਉੱਥੋਂ ਧਰੀ ਹੋਈ ਨਿਉ ਅੱਗੇ ਵੱਧਦੀ ਹੈ। ਤਾਂ ਫਿਰ ਪਹਿਲਾਂ ਗੁਰੂ ਘਰ ਦੇ ਵਿੱਚ ਸਾਰਿਆਂ ਨੂੰ ਆਇਆਂ ਨੂੰ ਜਲ ਮਿਲਦਾ, ਫਿਰ ਚਾਹ ਦਾ ਗੱਪਾ ਮਿਲਦਾ, ਫਿਰ ਪ੍ਰਸ਼ਾਦ ਮਿਲਦਾ। ਇਹ ਆ ਗਏ ਕੱਚੀ ਪਹਿਲੀ ਵਾਲੇ, ਜਿਹੜੇ ਇੱਥੋਂ ਤੱਕ ਬੱਚੇ ਨੇ, ਉਹ ਕੋਈ ਵੀ ਹੋ ਸਕਦੇ ਨੇ, ਉਮਰ ਕਿੱਡੀ ਵੀ ਹੋ ਸਕਦੀ ਹੈ। ਜੇ ਤਾਂ ਉਹ ਇਹ ਛਕ ਛਕਾ ਕੇ ਮੁੜ ਜਾਂਦੇ ਆ ਅਤੇ ਰੋਜ਼ ਇੱਕ ਅੱਧਾ ਗੁਣ ਕੋਈ ਨਹੀਂ ਸਿੱਖਦੇ, ਫਿਰ ਤਾਂ ਸਮਝ ਲਓ ਵਿਚਾਰੇ ਅਭਾਗੇ ਨੇ। ਕਿਉਂਕਿ ਅੱਗੇ ਵਧਣ ਲਈ ਜੇ ਅਸੀਂ ਇੱਕ ਗੁਣ ਵੀ ਰੋਜ਼ ਸਿੱਖ ਲਈਏ ਤਾਂ ਸਮਝ ਲਓ ਕਿੱਥੇ ਜਾਂਦੀ ਹੈ ਗੱਲ। ਜਾਂ ਕਿਸੇ ਨੂੰ ਮੰਨ ਲਓ 35 ਨਹੀਂ ਆਉਂਦੀ, ਗੁਰਮੁਖੀ ਨਹੀਂ ਆਉਂਦੀ, ਇੱਕ ਦਿਨ ਦੇ ਵਿੱਚ ਉਹ ਇੱਕ ਅੱਖਰ ਪਕਾ ਲੈਂਦਾ, 35 ਦਿਨਾਂ ਦੇ ਵਿੱਚ 35 ਅੱਖਰ ਪੱਕ ਜਾਣੇ ਆ। ਅੱਜ ਜਿਹਨੂੰ ਇੱਕ ਵੀ ਅੱਖਰ ਦਾ ਪਤਾ ਨਹੀਂ, ਉਹਨੇ 1 ਮਹੀਨੇ ਦੇ ਵਿੱਚ ਉਹਦਾ ਜਾਣਕਾਰ ਹੋ ਜਾਣਾ। ਸਾਡੇ ਸਾਹਮਣੇ ਇਹੋ ਜਿਹੀਆਂ ਕਈ ਉਦਾਹਰਨਾਂ ਜਿਹੜੇ ਬਿਲਕੁਲ ਠੇਠ ਅਨਪੜ੍ਹ ਸੀ, ਪਰ ਉਹ ਇਸ ਤਰੀਕੇ ਨਾਲ ਚੱਲੇ ਤਾਂ ਉਹ ਅੱਜ ਖੁਦ ਬਾਣੀ ਵੀ ਪੜ੍ਹਦੇ ਆ ਅਤੇ ਦੁਨਿਆਵੀ ਜੋ ਅਖਬਾਰ ਵਗੈਰਾ ਨੇ ਉਹ ਵੀ ਪੜ੍ਹ ਲੈਂਦੇ ਆ, ਸਾਰਾ ਕੁਛ ਹੀ ਆ। ਤਾਂ ਸਤਿਗੁਰੂ ਦੇ ਦਰ ਦੇ ਉੱਤੇ ਅਸੀਂ ਇਹ ਸਮਝਣਾ ਕਿ ਜਦੋਂ ਹੀ ਕੋਈ ਮੁੱਖ ਵਾਕ ਆਉਂਦੇ ਆ, ਕਈ ਵਾਰੀ ਉਹਨਾਂ 'ਚ ਗੱਲਾਂ ਉਹਨਾਂ ਲੋਕਾਂ ਦੀਆਂ ਹੁੰਦੀਆਂ ਜਿਹੜੇ ਕਾਫੀ ਅੱਗੇ ਜਾ ਚੁੱਕੇ ਆ, ਅਤੇ ਜੇ ਉਹਨਾਂ ਦੀਆਂ ਗੱਲਾਂ ਨੂੰ ਸਮਝਣ 'ਚ ਬਹੁਤਾ ਜ਼ੋਰ ਲਾਈਏ ਤਾਂ ਉਹ ਪਹਿਲੀ ਵਾਲੇ ਨੂੰ ਜਾਂ ਪੰਜਵੀਂ ਵਾਲੇ ਨੂੰ MA ਵਾਲਿਆਂ ਦੀਆਂ ਗੱਲਾਂ ਨਹੀਂ ਆਉਂਦੀਆਂ।
ਪਰ ਫਿਰ ਵਾਪਰਦਾ ਕੀ ਆ, ਜਿਹੜੇ ਪੰਜਵੀਂ ਵਾਲੇ ਆ ਜਾਂ 10ਵੀਂ ਵਾਲੇ ਆ ਉਹ ਫਿਰ ਬੜੇ ਉਲਝ ਜਾਂਦੇ ਜੀ, ਭਾਵ ਅਰਥ ਹੈ ਇਹਦਾ ਆਏ ਨਹੀਂ ਆਏ ਬਣਦਾ, ਜਾਂ ਕੋਲੋਂ ਗੱਲਾਂ ਬਣਾ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਕਿ ਜੋ ਸਾਨੂੰ ਪਤਾ ਇਹ ਗੱਲ ਉਨੀ ਕੀ ਆ ਉਵੇਂ ਹੀ ਆ। ਇਸ ਤਰ੍ਹਾਂ ਨਹੀਂ ਹੈ। ਜਿਵੇਂ ਜਿਵੇਂ ਤੁਹਾਡੀ ਉਚਾਈ ਵੱਧਦੀ ਜਾਣੀ ਆ, ਜਿੰਨਾ ਚਿਰ ਤੁਸੀਂ ਨਰ ਤੋਂ ਨਰਾਇਣ ਨਹੀਂ ਬਣਦੇ, ਭਗਤ ਤੋਂ ਭਗਵਾਨ ਨਹੀਂ ਬਣਦੇ, ਜਿੰਨਾ ਚਿਰ ਇੱਕ ਆਮ ਜੀਵ ਤੋਂ ਸਤਪੁਰਖ ਨਹੀਂ ਬਣਦੇ, ਸਤਿਗੁਰ ਨਹੀਂ ਬਣਦੇ, ਉਨਾ ਚਿਰ ਇਹ ਯਾਤਰਾ ਚਾਲੂ ਰਹਿਣੀ ਆ। ਤੁਸੀਂ ਗੁਰੂ ਨਾਨਕ ਦੇ ਘਰ 'ਚ ਸੱਤ ਨੂੰ ਜਾਣਨ ਲਈ ਆਉਣੇ ਹੋ, ਅਤੇ ਜਿੱਦੇ ਸੱਤ ਨੂੰ ਜਾਣ ਜਾਂਦੇ ਹੋ ਉਹਦੇ ਆਖਰੀ ਸਰਟੀਫਿਕੇਟ ਮਿਲਦਾ ਗੁਰੂ ਨਾਨਕ ਦੇ ਘਰ ਤੋਂ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਅਤੇ ਸਤਿਗੁਰ ਹੋ ਕੇ ਤੁਸੀਂ ਕਾਲ ਪੁਰਖ ਦੇ ਵਿੱਚ, ਅਕਾਲ ਦੇ ਵਿੱਚ, ਮਹਾਕਾਲ ਦੀ ਸੱਤਾ ਦੇ ਵਿੱਚ ਅਭੇਦ ਹੋ ਜਾਂਦੇ ਹੋ। ਜ਼ਰੂਰੀ ਨਹੀਂ ਹੁੰਦਾ ਸਾਰੇ ਪ੍ਰਚਾਰਕ ਹੋਣ, ਜ਼ਰੂਰੀ ਨਹੀਂ ਹੁੰਦਾ ਹਰ ਸਾਧੂ ਪ੍ਰਚਾਰਕ ਹੋਵੇ, ਜ਼ਰੂਰੀ ਨਹੀਂ ਹੁੰਦਾ ਹਰ ਸੰਤ ਪ੍ਰਚਾਰਕ ਹੋਵੇ, ਜ਼ਰੂਰੀ ਨਹੀਂ ਹੁੰਦਾ ਕਿ ਹਰ ਸਤਿਗੁਰੂ ਵੀ ਪ੍ਰਚਾਰਕ ਹੋਵੇ। ਪ੍ਰਚਾਰ ਵਾਲੇ ਤਾਂ ਮਾਸਟਰ ਸਤਿਗੁਰੂ ਹੁੰਦੇ ਨੇ ਜਿਹੜੇ ਬੜੀਆਂ ਸਦੀਆਂ ਬਾਅਦ ਪ੍ਰਗਟ ਹੁੰਦੇ ਨੇ, ਅਤੇ ਸਤਿਗੁਰਾਂ ਨੇ ਜੋ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਆਪਾਂ ਉਹਦੇ ਨਾਲ ਸਾਂਝ ਪਾਉਣੀ ਆ। ਅੱਜ ਜੋ ਕਬੀਰ ਸਾਹਿਬ ਗੱਲ ਕਰ ਰਹੇ ਹਨ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਹੁਣ ਜਿਹੜਾ ਸਿਮਰਨ ਹੈ ਇਹ ਕਾਫੀ ਉੱਚੀ ਅਵਸਥਾ ਵਾਲਿਆਂ ਦੀ ਗੱਲ ਆ, ਜਿਨ੍ਹਾਂ ਨੇ ਗੁਰੂ ਦਰ 'ਤੇ ਆ ਕੇ ਸੇਵਾ ਕਰਕੇ, ਸਾਧਨਾ ਕਰਕੇ, ਜਾਪ ਕਰਕੇ ਆਪਣੇ ਆਪ ਨੂੰ ਕਾਫੀ ਹੱਦ ਤੱਕ ਸਟੇਬਲ ਕਰ ਲਿਆ। ਜਾਪ ਕਰ ਕਰਕੇ, ਪਾਠ ਕਰ ਕਰਕੇ ਸਿੱਧ ਹੋ ਚੁੱਕੇ ਆ, ਸਾਧਨਾ ਕਾਫੀ ਅੱਗੇ ਪਹੁੰਚ ਚੁੱਕੀ ਆ। ਕਿਉਂਕਿ ਸਿਮਰ ਹੈ, ਜਿਹੜਾ ਸਿਮਰਨ ਹੈ, ਇਹ ਚੇਤੇ ਰੱਖਣਾ, ਹਰ ਵੇਲੇ ਚੇਤੇ 'ਚ ਇੱਕ ਲੈ ਚੱਲਦੀ ਰਹਿਣੀ ਉਹਦੀ ਕਰਤੇ ਦੀ, ਉਹ ਅਵਸਥਾ ਦਾ ਨਾਮ ਹੈ। ਇਹ ਜਾਪ ਨਹੀਂ ਹੈਗਾ ਸਿਮਰਨ, ਸਿਮਰ ਜਾਪ ਨਹੀਂ ਹੈਗਾ। ਇੱਥੇ ਸਤਿਗੁਰੂ ਕੀ ਕਹਿ ਰਹੇ ਨੇ ਕਿ ਰਾਮ ਸਿਮਰ, ਉਹਨੂੰ ਚੇਤੇ ਦੇ ਵਿੱਚ ਉਵੇਂ ਚੱਲ ਜਿਵੇਂ ਤੂੰ ਲੈ ਕੇ ਆਇਆ ਉਹਨੂੰ। ਉਹ ਪਰਮ ਸੱਤਾ ਤੇਰੇ ਨਾਲ ਹੈ, ਜਿਹੜੀ ਤੇਰੇ ਸਵਾਸਾਂ ਰਾਹੀਂ ਪ੍ਰਗਟ ਤੇਰੇ ਕੋਲ ਆ, ਆਉਂਦੇ ਜਾਂਦੇ ਸਵਾਸ ਜੋ ਪਵਨ ਗੁਰੂ ਆ ਤੇਰੇ ਨਾਲ ਆ। ਇਹਦੇ ਨਾਲ ਇੱਕ ਮਿਕਤਾ ਬਣਾਉਣ ਦਾ ਨਾਂ ਸਿਮਰਨ ਹੈ। ਜਿਹੜੀ ਜੀਵਨੀ ਊਰਜਾ, ਜੀਵਨ ਸ਼ਕਤੀ, ਵਿਸ਼ਵ ਸ਼ਕਤੀ ਸਾਨੂੰ ਆ ਸਰੀਰ ਦੇ ਰਾਹੀਂ ਦੇ ਕੇ ਤੋਰਿਆ ਕਰਤੇ ਪੁਰਖ ਨੇ, ਇਹਨੂੰ ਜਿਵੇਂ ਜਿਵੇਂ ਅਸੀਂ ਸਮਝਦੇ ਜਾਵਾਂਗੇ ਜੀਵਨੀ ਸ਼ਕਤੀ ਨੂੰ, ਜਿਹੜੀਆਂ ਜਿੰਨੀਆਂ ਸਮਝਣ ਵਾਲੀਆਂ ਗੱਲਾਂ ਹੈ ਉਹਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਰਿਸ਼ੀ ਮੁਨੀ ਸੰਤ ਭਗਤ ਮੰਨਦੇ ਆਉਂਦੇ ਆ ਕਿ ਪੁੰਨ ਹੈ। ਪੁੰਨ ਦਾ ਮਤਲਬ ਆ ਆਪਣੇ ਆਪੇ ਨੂੰ ਜਾਣਨ ਵੱਲ ਜਿਹੜੀ ਗੱਲ ਜਾਂਦੀ ਹੈ ਉਹ ਪੁੰਨ ਹੈ। ਜਿਹੜੀ ਤੈਨੂੰ ਆਪਣੇ ਆਪੇ ਤੋਂ ਤੋੜਨ ਵੱਲ ਲੈ ਜੇ, ਬੇਹੋਸ਼ੀ ਵੱਲ ਲੈ ਜੇ, ਉਹ ਪਾਪ ਹੈ। ਇੱਥੇ ਪਾਪ ਪੁੰਨ ਦਾ ਆਧਾਰ ਸਿਰਫ ਇਹੀ ਗੱਲ ਹੈ ਕਿ ਤੁਹਾਡਾ ਜਿਹੜਾ ਜੀਵਨ ਤੁਹਾਨੂੰ ਮਿਲਿਆ ਹੋਇਆ ਜੀਵਨੀ ਊਰਜਾ ਹੈ, ਇਹ ਥਾਂ ਪੈ ਰਹੀ ਆ, ਇਹ ਤੋਂ ਤੁਸੀਂ ਉਹ ਕਾਰਜ ਕਰ ਰਹੇ ਹੋ, ਲੈ ਰਹੇ ਹੋ ਜਿਹਦਾ ਕਰਕੇ ਤੁਸੀਂ ਜਨਮ ਲਿਆ। ਜੇ ਲੈ ਰਹੇ ਹੋ ਤਾਂ ਤੁਸੀਂ ਬੜੇ ਪੁੰਨ ਆਤਮਾ ਹੋ, ਅਤੇ ਜੇ ਤੁਸੀਂ ਸਿਰਫ ਉਹ ਗੱਲ ਨਹੀਂ ਕਰ ਰਹੇ ਜੁੜਨ ਵਾਲੀ, ਅਤੇ ਜੀਵਨ ਊਰਜਾ ਸਿਰਫ ਇਕੱਲੀਆਂ ਦੁਨਿਆਵੀ ਚੀਜ਼ਾਂ 'ਤੇ ਹੀ ਵਰਤ ਰਹੇ ਹੋ, ਆਪਣਾ ਬੇਸ਼ਕੀਮਤੀ ਟਾਈਮ, ਬੇਸ਼ਕੀਮਤੀ ਸਵਾਸ ਜਿਹੜੇ ਕਰੋੜਾਂ ਨੂੰ ਨਹੀਂ ਮਿਲਣੇ, ਨਿੱਕੀਆਂ ਨਿੱਕੀਆਂ ਗੱਲਾਂ 'ਚ ਉਲਝਾ ਕੇ ਖਰਚ ਕਰੀ ਜਾਂਦੇ ਹੋ, ਤਾਂ ਸਮਝ ਲਓ ਤੁਸੀਂ ਮਨਮੁਖ ਅਤੇ ਪਾਪੀ ਦੀ ਕੈਟਾਗਰੀ 'ਚ ਆ ਜਾਂਦੇ ਹੋ, ਜਾਂ ਆਪਾਂ ਕਹਿ ਦਿੰਦੇ ਆਪਾਂ ਆ ਜਾਂਦੇ ਹਾਂ। ਇਹ ਸਿਮਰਨ ਵਾਲੀ ਅਵਸਥਾ ਦੀ ਗੱਲ ਕਬੀਰ ਸਾਹਿਬ ਕਰ ਰਹੇ ਆ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਐ ਭਾਈ ਮੇਰਿਆ ਮਿੱਤਰਾ, ਮੇਰਿਆ ਪਿਆਰਿਆ, ਮੇਰਿਆ ਭਰਾਵਾ, ਜਿਹਦੇ ਕੋਲੋਂ ਆਇਆ, ਜਿਹਦੀ ਜੀਵਨ ਊਰਜਾ ਲਈ ਫਿਰਦਾ, ਉਹਨੂੰ ਚੇਤੇ ਰੱਖ। ਜਿਵੇਂ ਜਿਵੇਂ ਚੇਤੇ ਰੱਖੇਗਾ ਉਹਦੇ ਨਾਮ ਨੂੰ। ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਿਕਾਈ। ਕਹਿੰਦੇ ਬਹੁਤੀ ਦੁਨੀਆ ਉਹ ਜਿਹੜਾ ਰਮਿਆ ਹੋਇਆ ਰਾਮ ਆ, ਜਿਹੜਾ ਕਣ ਕਣ ਦੇ ਵਿੱਚ ਮਹਿਸੂਸ ਕਰਦਾ ਹਰ ਵੇਲੇ ਹਰ ਚੀਜ਼ ਨੂੰ, ਜਾਗਰਤਾ ਜਿਹੜਾ ਬੋਲੀ ਜਾਂਦਾ, ਜਿਹੜਾ ਸਵਾਸਾਂ ਦੇ ਰਾਹੀਂ ਤੈਨੂੰ ਹਾਜ਼ਰੀ ਲਵਾ ਰਿਹਾ, ਪ੍ਰੈਜੈਂਸ ਆਪਣੀ ਦਿਖਾ ਰਿਹਾ, ਇਹ ਜਿਹੜਾ ਰਾਮ ਆ ਨਾ ਰਮਿਆ ਹੋਇਆ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਆਦਿ ਤੋਂ ਸੱਚ ਹੈ, ਉਹ ਰਾਮ ਜਿਹੜਾ ਜਲ ਥਲ ਦੇ ਵਿੱਚ ਸਮਾਇਆ ਹੋਇਆ। ਰਾਮ ਨਾਮ, ਉਹਦਾ ਨਾਮ ਕੀ ਹੈ ਰਾਮ ਦਾ? ਇੱਕ ਓਂਕਾਰ ਸਤਨਾਮ। ਓਂਕਾਰ ਦੀ ਜੋ ਸੱਤਾ, ਉਹ ਰਾਮ ਦਾ ਅਸਲ ਨਾਮ ਹੈ।
ਜਿਹੜੀ ਪਰਮਾਨੈਂਟਲੀ ਸਾਊਂਡ ਆ ਉਹਦੀ ਜਿਹੜੀ ਹੋ ਰਹੀ ਹੈ, ਜਿਹੜੀ ਸਾਊਂਡ ਆਫ ਸਾਇਲੈਂਸ ਆ, ਜਿਹੜਾ ਹੈ, ਜਦੋਂ ਅਰਬਦ ਨਰਬਦ ਧੰਦੂਕਾਰਾ ਸੀ ਉਦੋਂ ਵੀ ਸੀ, ਹੈ, ਰਹੂਗਾ, ਉਹਦੀ ਗੱਲ ਕਰਦੇ ਆ ਭਗਤ ਜੀ। ਕਹਿੰਦੇ ਰਾਮ ਨਾਮ ਬਿਨ ਸਿਮਰਨ ਬਿਨ, ਰਾਮ ਨਾਮ ਤਾਂ ਹੈ ਹੀ, ਪਰ ਤੁਹਾਡੇ ਕੋਲੇ ਸਾਡੇ ਕੋਲੇ ਸਿਮਰਨ ਨਹੀਂ ਹੈ, ਉਹ ਗੱਲ ਚੇਤੇ ਨਹੀਂ ਹੈ ਸਾਡੇ। ਜਦੋਂ ਚੇਤੇ ਨਾ ਹੋਵੇ, ਸਿਮਰਨ ਨਾ ਹੋਵੇ, ਫਿਰ ਕਹਿੰਦੇ ਇਹ ਤੋਂ ਬਿਨਾਂ ਬੂਟ ਤੇ ਅਧਿਕਾਈ ਕਹਿੰਦੇ ਬਹੁਤ ਜ਼ਿਆਦਾ ਲੋਕ ਡੁੱਬ ਜਾਂਦੇ ਆ। ਜਦੋਂ ਹੀ ਉਹ ਲਹਿਰ ਨਾਲੋਂ ਸੰਬੰਧ ਟੁੱਟਿਆ, ਉਹਦੀ ਡੁੱਬਣਾ ਸ਼ੁਰੂ ਹੋ ਜਾਂਦਾ। ਨਾ ਪ੍ਰੇਮ ਮਹਿਸੂਸ ਹੁੰਦਾ, ਨਾ ਕੋਈ ਖੁਸ਼ੀ ਮਹਿਸੂਸ ਹੁੰਦੀ ਹੈ, ਨਾ ਕੋਈ ਚਾਅ ਮਹਿਸੂਸ ਹੁੰਦਾ। ਸਿਰਫ ਸਾਰਾ ਦਿਨ ਚਿਤਵਣੀਆਂ ਵਿਸ਼ੇ ਵਿਕਾਰਾਂ ਦੀਆਂ ਗੱਲਾਂ, ਸਾਰਾ ਉਹਦੇ ਵਿੱਚ ਉਲਝ ਗਈ। ਉਹ ਸਾਰੀ ਜਿਹੜੀ ਆਪਦੀ ਪਰਮ ਸੱਤਾ ਕਹਿ ਲਓ ਵੀ ਕੌਡੀਆਂ ਦੇ ਭਾਓ ਬੰਦਾ ਗਵਾ ਬਹਿੰਦਾ। ਅੱਗੇ ਸਤਿਗੁਰੂ ਕੀ ਬਖਸ਼ਿਸ਼ ਕਰਦੇ ਆ, ਬਣਤਾ ਸੁੱਤ ਦੇਹ ਗ੍ਰਹਿ ਸੰਪਤ ਸੁਖਦਾਈ, ਇਨ ਮੈਂ ਕਛ ਨਾਹੀ ਤੇਰੋ ਕਾਲ ਅਬਦ ਆਈ। ਮਹਾਰਾਜ ਕਹਿੰਦੇ ਸੁੱਖ ਪਤਾ ਕਿਹੜੇ ਆ ਦੁਨੀਆ ਦੇ? ਬਣਤਾ ਸੁੱਖ ਸੁੱਤ, ਘਰ ਵਾਲੀ ਜੇ ਆਪਸ ਵਿੱਚ ਪਿਆਰ ਹੋਵੇ, ਇੱਕ ਦੂਸਰੇ ਦਾ ਸਤਿਕਾਰ ਹੋਵੇ, ਇਕੱਠੇ ਜੀਵਨ ਦੀ ਜੰਗ ਨੂੰ ਜਿੱਤਣ ਦਾ ਹੌਸਲਾ ਹੋਵੇ, ਇੱਕ ਦੂਜੇ ਨੂੰ ਸਮਰਪਿਤ ਹੋਣ। ਬਣਤਾ ਸੁੱਤ, ਸੁੱਤ ਹੁੰਦਾ ਪੁੱਤਰ। ਦੇ ਆ ਸਰੀਰ ਜਿਹੜਾ ਬਖਸ਼ਿਸ਼ ਕੀਤਾ ਪਰਮ ਪਿਤਾ ਨੇ, ਗ੍ਰਹਿ ਆ ਘਰ ਜੋ ਸੰਸਾਰ ਦੀ ਰਹਿਣ ਦੀ ਸਾਨੂੰ ਜਗ੍ਹਾ ਮਿਲੀ ਹੈ, ਸੰਪਤ ਦੌਲਤ ਜੋ ਸਾਡੇ ਕੋਲ ਆ, ਸੁਖਦਾਈ। ਕਬੀਰ ਸਾਹਿਬ ਕਹਿੰਦੇ ਸਾਰੀਆਂ ਚੀਜ਼ਾਂ ਸੁੱਖ ਦੇਣ ਵਾਲੀਆਂ। ਤੇ ਤਕਰੀਬਨ ਜਿਹੜੇ ਗ੍ਰਸਤੀ ਲੋਕ ਆ ਉਹ ਮਹਿਸੂਸ ਕਰ ਸਕਦੇ ਆ ਇਹ ਗੱਲ ਨੂੰ ਕਿ ਉਹਨਾਂ ਨੂੰ ਕਿੰਨਾ ਚੰਗਾ ਲੱਗਦਾ ਜਦੋਂ ਆਪਦੇ ਪਰਿਵਾਰ 'ਚ ਰਲ ਕੇ ਇਕੱਠੇ ਬਹਿ ਕੇ ਖਾਣਾ ਖਾਣਾ, ਇਕੱਠੇ ਬਹਿ ਕੇ ਗੁਰੂ ਦੀ ਗੱਲ ਕਰਨੀ, ਜਾਂ ਇਕੱਠੇ ਬਹਿ ਕੇ ਕੋਈ ਕਿਸੇ ਵੀ ਗੱਲ ਦਾ ਆਨੰਦ ਲੈਣਾ, ਕੋਈ ਪਰਿਵਾਰਕ ਹਾਸਾ ਖੇਡਾ ਕਰਨਾ, ਕੋਈ ਪਰਿਵਾਰ 'ਚ ਚੰਗੇ ਸਗਨਾਂ ਦੇ ਦਿਨ ਹੈ ਉਦੋਂ ਖੁਸ਼ੀ ਨਾਲ ਮਨਾਉਣੇ, ਸਾਰਿਆਂ ਦੇ ਮਿਲ ਕੇ ਰਿਸ਼ਤੇਦਾਰ ਆਏ ਹੋਏ ਆ। ਇਹ ਸਾਰਾ ਕੁਛ ਸੁੱਖਦਾਈ ਹੈ, ਆਨੰਦਦਾਈ ਨਹੀਂ ਕਿਹਾ ਕਬੀਰ ਜੀ ਨੇ, ਇਹ ਸੁੱਖਦਾਈ ਹੈ, ਜ਼ਿੰਦਗੀ ਦੇ ਸੁੱਖ ਹੈ। ਇਹ ਚੀਜ਼ਾਂ ਸਹੀ ਟਿਕਾਣੇ ਤੇ ਹੋਣ ਤਾਂ ਬੰਦਾ ਸੁਖੀ ਮੰਨ ਸਕਦਾ ਆਪਦੇ ਆਪ ਨੂੰ ਕਿ ਮੈਂ ਭਾਈ ਧੀਆਂ ਪੁੱਤਾਂ ਵੱਲੋਂ ਤੇ ਆਪਦੇ ਘਰ ਵੱਲੋਂ ਸੌਖਾ। ਜਾਂ ਕੋਈ ਵੀ ਮਾਂ ਭੈਣ ਕਹਿ ਸਕਦੀ ਹੈ ਭਾਈ ਮੈਂ ਆਪਦੇ ਪਤੀ ਪਰਮੇਸ਼ਰ ਵੱਲੋਂ, ਆਪਦੇ ਬੱਚੇ ਵੱਲੋਂ, ਆਪਦੀ ਧੀ ਵੱਲੋਂ ਮੈਂ ਸੌਖੀ ਹਾਂ। ਪਰ ਇਹ ਸੁੱਖ ਆ ਜਿਹੜੇ ਇਹ ਇੱਥੋਂ ਹੀ ਸ਼ੁਰੂ ਹੁੰਦੇ ਆ ਤੇ ਇੱਥੇ ਹੀ ਖਤਮ ਹੋ ਜਾਂਦੇ ਆ। ਅੱਗੇ ਮਹਾਰਾਜ ਕੀ ਕਹਿੰਦੇ, ਇਨ ਮੈਂ ਕਛ ਨਾਹੀ ਤੇਰੋ ਕਾਲ ਅਬਦ ਆਈ। ਕਬੀਰ ਸਾਹਿਬ ਕਹਿੰਦੇ ਇਹ ਸੁੱਖ ਆ ਨਾ ਜਿਹੜੇ, ਇਹ ਕਾਲ ਦਾ ਟਾਕਰਾ ਨਹੀਂ ਕਰ ਸਕਦੇ। ਕਾਲ ਕੀ ਹੈ? ਸਮਾਂ। ਸਮੇਂ ਸਮੇਂ ਦੇ ਹਿਸਾਬ ਨਾਲ ਇਹ ਸੁੱਖ ਗਿਰ ਜਾਂਦੇ ਆ। ਕਿਵੇਂ? ਸਿਆਣੇ ਕਹਿੰਦੇ ਆ, ਕਹਿੰਦੇ ਗਰੀਬੀ ਦੇ ਵਿੱਚ ਪਰਖ ਹੁੰਦੀ ਆ ਰਿਸ਼ਤਿਆਂ ਦੀ। ਗਰੀਬੀ ਐਡਾ ਭੈੜਾ ਹਥਿਆਰ ਹੈ ਕਰਤੇ ਦਾ ਕਿ ਜਦੋਂ ਇਹਨੂੰ ਭੇਜਦਾ ਨਾ ਕਿ ਜਾ ਗੇੜਾ ਮਾਰ ਕੇ ਆ ਮਾੜਾ ਜਿਹਾ ਫਲਾਣੇ ਦੇ ਘਰ, ਤੇ ਇਹ ਕਾਹਦਾ ਆਉਂਦੀ ਆ, ਘਰ ਵਾਲੀਆਂ ਵੀ ਛੱਡ ਕੇ ਭੱਜ ਜਾਂਦੀਆਂ। ਤੇ ਜੇ ਘਰ ਵਾਲੀ ਘਰ ਸਾਂਭਣ ਵਾਲੀ ਆ ਤਾਂ ਘਰ ਵਾਲੇ ਛੱਡ ਕੇ ਭੱਜ ਜਾਂਦੇ ਆ। ਜੇ ਦੋਨੋਂ ਮਾੜਾ ਮੋਟਾ ਸਾਂਭਦੇ ਇੱਕ ਦੂਜੇ ਨੂੰ ਤਾਂ ਬੱਚੇ ਛੱਡ ਕੇ ਪਾਸੇ ਹੋ ਜਾਂਦੇ ਆ, ਧੀਆਂ ਵੀ ਛੱਡ ਕੇ ਪਾਸੇ ਹੋ ਜਾਂਦੀਆਂ। ਜਾਣੀ ਕਈ ਵਾਰ ਗਰੀਬੀ ਕਾਰਨ ਘਰ ਵੀ ਚਲਿਆ ਜਾਂਦਾ। ਇਹ ਜਦੋਂ ਗੇੜਾ ਮਾਰਦੀ ਆ ਬੜੇ ਵੱਡੇ ਬਖੇੜੇ ਸ਼ੁਰੂ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਕਾਲ ਆ ਜਿਹੜਾ ਨਾ, ਸਮਾਂ, ਸਮੇਂ ਦੇ ਹਿਸਾਬ ਨਾਲ ਇਹ ਜਿਹੜੇ ਸੁੱਖ ਹੈ ਛਿਣ ਜਾਂਦੇ ਆ, ਸਦਾ ਨਾਲ ਨਹੀਂ ਚੱਲਦੇ। ਇਨ ਮੈਂ ਕਛ ਨਾਹੀ ਤੇਰੋ ਕਾਲ ਅਬਦ ਆਈ। ਜਦੋਂ ਕਾਲ ਦਾ ਚੱਕਰ ਘੁੰਮਦਾ ਨਾ, ਸੰਜੋਗ ਦੇ ਵਿੱਚ ਵਿਜੋਗ ਸ਼ੁਰੂ ਹੋ ਜਾਂਦਾ, ਉਦੋਂ ਇਹ ਰਿਸ਼ਤੇ ਨਾਤੇ ਇਹਨਾਂ ਤੇ ਧਰੀ ਵੀ ਜਿਹੜੀ ਡੰਗੋਰੀ ਆ ਕਿ ਮੇਰਾ ਪੁੱਤ ਮੇਰਾ ਹੀ ਰਹੂਗਾ ਸਾਰੀ ਜ਼ਿੰਦਗੀ, ਜਾਂ ਮੇਰਾ ਸਾਥ ਦੇਊਗਾ। ਕਈ ਵਾਰੀ ਇਹ ਗੱਲ ਸੱਚ ਨਹੀਂ ਨਿਕਲਦੀ। ਕਈ ਵਾਰੀ ਕੀ ਹੁਣ ਤਾਂ ਨਿਕਲ ਕੋਈ ਨਹੀਂ, ਸਮਾਂ ਹੀ ਇਹ ਜਾ ਗਿਆ। ਇਹੀ ਆਸਾਂ ਅਸੀਂ ਜੋ ਕਿਤੇ ਵੀ ਲਾਈਆਂ ਹੁੰਦੀਆਂ ਦੋਸਤਾਂ ਤੇ ਮਿੱਤਰਾਂ ਤੇ ਘਰ ਵਾਲੀ ਤੇ, ਸਮੇਂ ਦੇ ਹਿਸਾਬ ਨਾਲ, ਜਾਂ ਮੰਨ ਲਓ
ਤੁਹਾਡੇ ਬਾਰੇ ਕੋਈ ਅਫਵਾਹ ਇਹੋ ਜਿਹੀ ਡਾਤੀ ਕਿਸੇ ਨੇ, ਜਾਂ ਤੁਹਾਡੇ ਨਾਲ ਘਟਨੇ ਕੋਈ ਘਟ ਗਈ ਕਿ ਤੁਸੀਂ ਅਪਮਾਨਿਤ ਹੋ ਗਏ, ਜਿਹੜੇ ਕਹਿੰਦੇ ਸੀ ਤੇਰੀ ਖਾਤਰ ਜਾਨ ਵਾਰ ਸਕਦੇ ਹਾਂ ਜਾਨ, ਉਹ ਯਾਰ ਦੋਸਤ ਸਾਹਮਣੇ ਵੀਹ 'ਚ ਤੁਰੇ ਆਉਂਦੇ ਵੀ ਪਾਸਾ ਵੱਟ ਜਾਂਦੇ ਆ ਕਿ ਬੁਲਾਉਣਾ ਨਾ ਪੈ ਜੇ। ਕਿਸੇ ਨੇ ਦੇਖ ਲਿਆ ਕਿ ਇਹਦੇ ਨਾਲ ਗੱਲ ਕਰੀ ਜਾਂਦੇ ਸੀ ਤੇ ਮੈਂ ਵੀ ਨਾ ਬਦਨਾਮ ਹੋ ਜਾ। ਇੱਕ ਇਹ ਬਦਨਾਮੀ ਆ। ਉਹ ਜਿਹੜੇ ਸੁੱਖ ਸੀ ਦੋਸਤਾਂ ਦੇ ਯਾਰਾਂ ਦੇ, ਉਹ ਚਲੇ ਜਾਂਦੇ ਆ। ਇੱਕ ਹੋਰ ਦੁੱਖ ਆ ਜਿਹੜਾ ਬਹੁਤਿਆਂ ਨੇ ਹੰਢਾਇਆ ਹੋਣਾ, ਪਿਛਲਾ ਸਮਾਂ ਜਿਹੜਾ ਪੰਜਾਬ 'ਤੇ ਲੰਘਿਆ, ਬਹੁਤ ਲੋਕ ਇਸ ਗੱਲ ਦੇ ਗਵਾਹ ਹੋਣਗੇ। ਉਹਨਾਂ ਨੂੰ ਅਨੁਭਵ ਹੋਊਗਾ ਕਿ ਵਾਕਈ ਕਾਲ ਦੀ ਚੱਕਰੀ ਜਦੋਂ ਚੱਲਦੀ ਹੈ ਕਿਵੇਂ ਵਾਪਰ ਜਾਂਦਾ। ਤੁਹਾਡਾ ਨਾਂ ਕਿਸੇ ਗੈਰ ਕਾਨੂੰਨੀ ਗਤੀਵਿਧੀ 'ਚ ਆ ਗਿਆ, ਕੋਈ ਘਟਨਾ ਐਸੀ ਵਾਪਰ ਗਈ ਕਿ ਲੋਕ ਕਹਿਣ ਲੱਗੇ ਇਹਦਾ ਸੰਬੰਧ ਆ ਇੱਧਰ ਕਿਸੇ ਜੋ ਗੈਰ ਕਾਨੂੰਨੀ ਜਥੇਬੰਦੀਆਂ, ਅਤੇ ਉਦੋਂ ਫਿਰ ਕੋਈ ਰਿਸ਼ਤੇਦਾਰ ਘਰੇ ਨਹੀਂ ਬਣਨ ਦਿੰਦਾ, ਕੋਈ ਯਾਰ ਦੋਸਤ ਕੋਲ ਨਹੀਂ ਖੜਨ ਦਿੰਦਾ, ਸਭ ਖੜਾ ਛੱਡ ਜਾਂਦੇ, ਕੋਈ ਨਹੀਂ ਬੁਲਾਉਂਦਾ। ਫਿਰ ਕਹਿੰਦੇ ਇਨ ਮੈਂ ਕਿਛ ਨਾ ਹੈ ਤੇਰੋ, ਉਦੇ ਪਤਾ ਲੱਗਦਾ ਕਿ ਵਾਕਈ ਇਹਨਾਂ 'ਚੋਂ ਤਾਂ ਕੋਈ ਨਹੀਂ ਹੈ। ਕਾਲ ਅਵਦਾਈ, ਕਾਲ ਨੇ ਗੇੜਾ ਮਾਰਿਆ, ਸਮੇਂ ਦੀ ਚੱਕਰੀ ਚੱਲੀ, ਤੇ ਰੱਬ ਕਰੇ ਕਿਤੇ ਕਿਸੇ ਨੂੰ ਉਦੋਂ ਦੂਸਰਾ ਅਨੁਭਵ ਵੀ ਹੋ ਜੇ ਕਿ ਉਦੋਂ ਬਾਅਦ ਉਹਦੇ ਦਿਨ ਬਦਲਣ ਤੇ ਉਹ ਕਿਤੇ ਦੁਨਿਆਵੀ ਤੌਰ ਤੇ ਕਿਸੇ ਚੋਣਾਂ ਚਾਣਾਂ ਦੇ ਚੱਕਰ 'ਚ ਆ ਕੇ ਕਿਸੇ MLA MP ਬਣ ਜੇ, ਤੇ ਫਿਰ ਉਹੀ ਲੋਕ, ਉਹੀ ਰਿਸ਼ਤੇਦਾਰ, ਉਹੀ ਨਗਰਾਂ ਦੇ ਲੋਕ ਕਹਿੰਦੇ ਆ ਵੀ ਸਾਨੂੰ ਇਹ ਤੋਂ ਪਿਆਰਾ ਬੰਦਾ ਹੀ ਕੋਈ ਨਹੀਂ। ਜਿੰਨਾ ਇਹਦਾ ਸੁਭਾਅ ਚੰਗਾ ਕਿਸੇ ਦਾ ਸੁਭਾਅ ਹੀ ਚੰਗਾ ਨਹੀਂ। ਦੁਬਾਰੇ ਵਿਯੋਗ ਤੋਂ ਸੰਜੋਗ ਸ਼ੁਰੂ ਹੋ ਗਿਆ। ਪਤਾ ਤਾਂ ਦਿਲੋਂ ਉਦੋਂ ਉਹਨੂੰ ਵੀ ਹੁੰਦਾ, ਪਰ ਹੁਣ ਕਰੇਗੀ, ਰਹਿਣਾ ਤਾਂ ਇਹਨਾਂ ਲੋਕਾਂ 'ਚ ਹੀ ਹੈ। ਅਤੇ ਲੋਕਾਂ ਦਾ ਮਹਾਰਾਜ ਕਹਿੰਦੇ ਸਾਰਿਆਂ ਦਾ ਵਿਹਾਰ ਹੀ ਇਹ ਹੈ, ਸਾਰੀ ਦੁਨੀਆ ਵਾਸਤੇ ਲਿਖਿਆ ਵਾ, ਕਿਸੇ ਇੱਕ ਪਿੰਡ ਦੇ ਲੋਕਾਂ ਦੀ ਗੱਲ ਨਹੀਂ। ਸਤਿਗੁਰੂ ਕਹਿੰਦੇ ਭਾਈ ਤੇਰੇ ਇਹਨਾਂ ਸੁੱਖਾਂ ਨੇ ਸਾਥ ਨਹੀਂ ਦੇਣਾ, ਇਸ ਕਰਕੇ ਜਿਹੜਾ ਸੁੱਖ ਦੁੱਖ ਤੋਂ ਉੱਪਰ ਅਵਸਥਾ ਵਾਲਾ ਆਨੰਦ ਵਾਲਾ ਸਿਸਟਮ ਆ ਨਾ, ਉਹਨੂੰ ਸਿੱਖ ਲਾ ਸਤਿਗੁਰੂ ਤੋਂ। ਰਜੋ ਤਮੋ ਸਤੋ ਤੋਂ ਉੱਚਾ ਉੱਠਣ ਸਿੱਖ। ਬਾਤ ਕਫ ਪਿੱਤ ਨੂੰ ਬੈਲੈਂਸ ਕਰਕੇ ਜਿਹੜੀ ਤੀਸਰੀ ਅਵਸਥਾ ਨਾ ਉੱਪਰਲੀ, ਚੌਥਾ ਪਾਦਾ ਹੈ, ਉਹ ਜਿੰਨਾ ਜਲਦੀ ਸਿੱਖ ਲੈ ਸਤਿਗੁਰੂ ਤੋਂ, ਫਿਰ ਇਹ ਚੱਕਰੀਆਂ ਥੱਲੇ ਘੁੰਮਦੀਆਂ ਰਹਿੰਦੀਆਂ, ਕਦੇ ਸੰਜੋਗ ਕਦੇ ਵਿਜੋਗ, ਇਹ ਚੱਕੀ ਨੇ ਚੱਲਦੇ ਰਹਿਣਾ, ਕਦੇ ਦੁੱਖ ਕਦੇ ਸੁੱਖ। ਪਰ ਤੇਰੀ ਜਿਹੜੀ ਅਵਸਥਾ ਨਾ ਆਪਣੀ ਆਤਮਿਕ ਅਡੋਲਤਾ ਦੀ, ਸਹਿਜਤਾ ਦੀ, ਉਹ ਉਵੇਂ ਹੀ ਰਹਿਣੀ ਆ, ਅਤੇ ਤੂੰ ਖੁਸ਼ ਰਹਿਣਾ ਕਿ ਦਾਤੇ ਨੇ ਭਾਈ ਇਹ ਜਿਵੇਂ ਬਣਾਇਆ ਸਿਸਟਮ ਉਵੇਂ ਚੱਲੀ ਜਾਣਾ ਹੈ। ਤਾਂ ਅੱਗੇ ਸਤਿਗੁਰੂ ਕੀ ਕਹਿੰਦੇ ਨੇ, ਅੱਜਾ ਮੱਲ ਗੱਜ ਗਣਕਾ ਪਤਤ ਕਰਮ ਕੀਨੇ, ਤਿਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਜਿਨ੍ਹਾਂ ਲੋਕਾਂ ਨੇ ਕਦੇ ਸਾਖੀਆਂ ਸੁਣੀਆਂ ਹੋਣਗੀਆਂ, ਜਾਂ ਕਦੇ ਕੋਈ ਪੁਰਾਣ ਪੜ੍ਹੇ ਸੁਣੇ ਹੋਣਗੇ, ਜਾਂ ਅੱਜ ਦਾ ਜ਼ਮਾਨਾ YouTube ਦਾ, ਇਹਦੇ 'ਤੇ ਸਾਖੀਆਂ ਬਥੇਰੇ ਲੋਕ ਪਾਉਂਦੇ ਆ, ਬਹੁਤ ਕੁਛ ਦੱਸਦੇ ਆ। ਉਹਦੇ ਵਿੱਚ ਇੱਕ ਪਿਛਲੇ ਬਿਰਤਾਂਤ ਆਉਂਦੇ ਨੇ ਕੁਛ ਲੋਕਾਂ ਦੇ, ਜਿਵੇਂ ਅੱਜਾ ਮੱਲ ਸਭ ਤੋਂ ਮਸ਼ਹੂਰ ਵਿਅਕਤੀ ਆ ਪਿਛਲੇ ਸਮਿਆਂ ਦਾ, ਜਿਹੜਾ ਪਤਿਤ ਹੋ ਗਿਆ ਸੀ, ਅਤੇ ਜਿਹੜਾ ਦੁਬਾਰਾ ਜਦੋਂ ਚੇਤੇ ਕੀਤਾ ਉਹਨੇ ਮਾਲਕ ਨੂੰ, ਤਾਂ ਪਾਵਨ ਹੋ ਕੇ ਉਹਦੇ ਦਰ 'ਤੇ ਗਿਆ। ਇਵੇਂ ਜਿਵੇਂ ਇੱਕ ਗੱਜ ਹਾਥੀ ਫਸ ਗਿਆ ਸੀ, ਤੰਦੂਏ ਨੇ ਪਕੜ ਲਿਆ ਸੀ, ਅਤੇ ਉਹਨੇ ਜਦੋਂ ਨਾਰਾਇਣ ਨੂੰ ਚੇਤੇ ਕੀਤਾ, ਭਗਵਾਨ ਨੂੰ ਚੇਤੇ ਕੀਤਾ, ਕ੍ਰਿਸ਼ਨ ਨੂੰ ਚੇਤੇ ਕੀਤਾ, ਤਾਂ ਉਹਨੇ ਆਪਣੇ ਸੁਦਰਸ਼ਨ ਚੱਕਰ ਨਾਲ ਉਹਦੀ ਰੱਖਿਆ ਕੀਤੀ। ਇਵੇਂ ਜਿਵੇਂ ਇੱਕ ਗਣਕਾ ਉਹਨਾਂ ਸਮਿਆਂ ਦਾ ਉਹ ਸੱਚਾ ਕੌੜਾ ਕਿ ਸਮਾਜ ਨੇ ਇੱਕ ਮਾਨਤਾ ਦਿੱਤੀ ਹੁੰਦੀ ਸੀ। ਇੱਕ ਪਾਸੇ ਕਲੋਨੀ ਬਣਾਈ ਹੁੰਦੀ ਬਾਹਰ ਜਗ੍ਹਾ, ਜਿਹਨੂੰ ਕੋਠਾ ਕਿਹਾ ਜਾਂਦਾ ਜਾਂ ਕੋਠੇ ਵਾਲੀ ਕਿਹਾ ਜਾਂਦਾ, ਜਿਹੜੀ ਨਾਚ ਗਾਣਾ ਕਰਕੇ ਲੋਕਾਂ ਦਾ ਮਨੋਰੰਜਨ ਵੀ ਕਰਦੀ। ਲੋਕ ਕੋਠੇ 'ਤੇ ਜਾਂਦੇ, ਯਾਨੀ ਪਿੰਡ ਦੇ ਇੱਕ ਸਾਈਡ 'ਤੇ ਜਗ੍ਹਾ ਦੂਰ ਬਣੀ ਹੁੰਦੀ ਜਿੱਥੇ ਹੋਰ ਬੀਬੀਆਂ ਨਹੀਂ ਸੀ ਜਾਂਦੀਆਂ, ਸਿਰਫ ਇਕੱਲੇ ਜਿਹੜੇ ਬੰਦੇ ਆ ਉਹ ਮਨੋਰੰਜਨ ਲਈ ਜਾਂਦੇ, ਨਸ਼ੇ ਪੱਤਿਆਂ ਵਾਲੇ ਵੀ ਜਾਂਦੇ। ਜਾਣੀ ਉੱਥੇ ਜਾਣ ਵਾਲਾ ਥੋੜ੍ਹਾ ਬਹੁਤਾ ਵਧੀਆ ਤਾਂ ਨਹੀਂ ਸੀ ਮੰਨਿਆ ਜਾਂਦਾ ਲੋਕਾਂ 'ਚ, ਪਰ ਫਿਰ ਵੀ ਲੋਕ ਜਾਂਦੇ ਹੀ ਹੁੰਦੇ ਆ ਨਾ। ਉਹਨੂੰ ਗਣਕਾ ਕਿਹਾ ਜਾਂਦਾ। ਉਹ ਨਾਚ ਗਾਣਾ ਮਨੋਰੰਜਨ ਕਰਕੇ ਉਹ ਆਪਦਾ ਪੇਟ ਪਾਲਦੀ, ਜਾਂ ਕਹਿ ਲਓ ਦੇਹ ਵਪਾਰ ਦਾ ਧੰਦਾ ਵੀ ਜਿਹੜਾ ਉਹ ਕਰਦੀਆਂ ਔਰਤਾਂ ਵਿਚਾਰੀਆਂ, ਉਹਨਾਂ ਨੂੰ ਗਣਕਾ ਕਿਹਾ ਜਾਂਦਾ ਸਮਾਜ 'ਚ। ਇਹਨੂੰ ਪਤਿਤ ਕਰਮ ਕਿਹਾ ਜਾਂਦਾ ਸਮੇਂ ਦੇ ਹਿਸਾਬ ਨਾਲ, ਕਿ ਮਾੜੇ ਕਰਮ ਆ। ਜੇ ਕਿਤੇ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖਿਆ ਜਾਵੇ ਜਿਹੜੇ ਅੱਜ ਵੀ ਇਹ ਕਰਦੇ ਆ, ਵਾਕਈ ਉਹਨਾਂ ਦਾ ਦਿਲ ਫਰੋਲਣ ਵਾਲਾ ਹੁੰਦਾ ਜਦੋਂ ਦੱਸਦੇ ਨੇ, ਤੇ ਆਪਦੀਆਂ ਪਿਛਲੀਆਂ ਮਜਬੂਰੀਆਂ ਜਾਂ ਜੋ ਵੀ
ਉਹਨਾਂ ਨੂੰ ਖੁਦ ਨੂੰ ਹੁੰਦਾ ਕਿ ਇਹ ਕਿਹੜੇ ਨਰਕ 'ਚ ਡਿੱਗ ਪਏ, ਸਾਨੂੰ ਕੋਈ ਕੱਢਣ ਵਾਲਾ ਹੋਵੇ, ਸਾਡਾ ਕੋਈ ਜੀਵਨ ਸਵਾਰ ਦੇ। ਇਹ ਗੱਲਾਂ ਹੁੰਦੀਆਂ, ਕਿਸੇ ਦਾ ਨਹੀਂ ਜੀਅ ਕਰਦਾ ਹੁੰਦਾ ਕਦੇ ਵੀ ਕਿ ਉਹ ਲੋਕਾਂ ਤੋਂ ਬਦਨਾਮੀ ਕਰਾਵੇ, ਪਤਿਤ ਕਹਾਵੇ, ਜਾਂ ਬਹੁਤ ਘਟੀਆ ਨਜ਼ਰ ਨਾਲ ਲੋਕ ਉਹਨੂੰ ਵੇਖਣ ਤੇ ਹੋਰ ਹੀ ਮੱਥਾ ਜਾ ਸਕੋੜਨ, ਹੈ ਨਾ। ਹੁਣ ਇਹ 3-4 ਉਦਾਹਰਨਾਂ ਕਬੀਰ ਸਾਹਿਬ ਨੇ ਦਿੱਤੀਆਂ, ਪਰ ਇਹਨਾਂ 'ਚ ਇੱਕ ਗੱਲ ਸਮਝਣ ਵਾਲੀ ਹੈ ਕਿ ਇਹ ਵਾਪਰਦਾ ਕਿਵੇਂ ਹੈ। ਅੱਜਾ ਮੱਲ ਦੀ ਆਪਾਂ ਗੱਲ ਕਰੀਏ, ਅੱਜਾ ਮੱਲ ਬਹੁਤ ਹੀ ਸੁਲਝਿਆ ਹੋਇਆ, ਚਾਰੇ ਵੇਦਾਂ ਨੂੰ ਪੜ੍ਹਨ ਵਾਲਾ, ਉਹਨਾਂ ਦਾ ਗਿਆਤਾ ਪੰਡਿਤ, ਔਰ ਬਹੁਤ ਹੀ ਉੱਚੀ ਕੁਲ ਦਾ ਕੁਲੀਨ ਲੜਕਾ, ਜਿਹਨੇ ਬੜੀ ਸਾਧਨਾ ਕੀਤੀ। ਬਹੁਤ ਸਾਧਨਾ ਕਰਕੇ ਉਹਨੇ ਆਪਣੇ ਆਪ ਨੂੰ ਇੱਕ ਉਚਾਈ 'ਤੇ ਲੈ ਕੇ ਗਿਆ ਉਹ। ਪਰ ਜਦੋਂ ਬੰਦਾ ਉਚਾਈ 'ਤੇ ਜਾਂਦਾ, ਕੋਈ ਵੀ ਹੋਵੇ, ਇਹਦੇ 'ਚ ਇਕੱਲੇ ਅੱਜਾ ਮੱਲ ਦੀ ਗੱਲ ਨਹੀਂ ਹੈ, ਤੂੰ ਮੈਂ ਸਾਰੇ ਆਪਾਂ ਵਿੱਚ ਹੀ ਹੈ, ਕਿ ਕਰਮਾਂ ਦੀ ਜਿਹੜੀ ਚੱਕਰੀ ਆ, ਜੋ ਸਾਡਾ ਪਿਛਲਾ ਵਿਧਾਨ ਦੱਸਦਾ, ਜੇ ਅਸੀਂ ਇਹਨੂੰ ਫਰੋਲ ਗਏ ਕਿ ਚੰਗੇ ਮਾੜੇ ਕਰਮ ਤੁਹਾਡੇ ਜਨਮਾਂ ਜਨਮਾਂ ਦੇ ਕੀਤੇ ਵੇ ਟਾਈਮ 'ਤੇ ਤੁਹਾਡੇ ਅੱਗੇ ਆ ਕੇ ਤੁਹਾਨੂੰ ਘਾਟਿਆਂ ਵਾਲੇ ਕਰਮ ਘਾਟੇ ਪਾ ਕੇ ਜਾਂਦੇ ਆ। ਬੜੀਆਂ ਸਿਆਣਪਾਂ ਹੋਣ ਦੇ ਬਾਵਜੂਦ, ਜਿਨ੍ਹਾਂ ਦੇ 5-5 ਸੀਏ ਰੱਖੇ ਹੁੰਦੇ ਆ, ਉਹਨਾਂ ਦਾ ਕੰਮ ਇੱਕਦਮ ਐ ਡਿੱਗਦਾ ਤੁਰਿਆ ਜਾਂਦਾ, ਤਾਂਸ ਦੇ ਪੱਤਿਆਂ ਵਾਂਗੂ ਖਿੰਡ ਜਾਂਦਾ, ਕੋਈ ਨਹੀਂ ਪਕੜ ਸਕਦਾ। ਦੇਸਾਂ ਦੇ ਦੇਸ਼ ਤਬਾਹ ਹੁੰਦੇ ਦੇਖੇ ਆ, ਇਹ ਹੈਗਾ ਸਿਸਟਮ। ਤੇ ਜਦੋਂ ਕੋਈ ਬੰਨ 'ਤੇ ਆਉਂਦਾ, ਉਹ ਕਮਲੀਆਂ ਜਬੜੀਆਂ ਮਾਰਦਾ ਮਾਰਦਾ ਹੀ ਪਤਾ ਨਹੀਂ ਕੀ ਬਣ ਜਾਂਦਾ। ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਤਾਂ ਅੱਜਾ ਮੱਲ ਦਾ ਮਾੜਾ ਕਰਮ ਸਾਹਮਣੇ ਆਇਆ, ਗੁਰੂ ਨੂੰ ਦਿਸਿਆ। ਇੱਕ ਟਾਈਮ ਹੁੰਦਾ ਉਹ ਜਦੋਂ ਬੀ ਤਾਂ ਸਾਹਮਣੇ ਆ ਗਿਆ, ਆਪਾਂ ਨੂੰ ਪਤਾ ਲੱਗਦਾ ਕਿ ਬੀ ਆ। ਹੁਣ ਬੀ ਤਾਂ ਉਗਰਦਾ ਜੇ ਉਹਨੂੰ ਮਿੱਟੀ ਮਿਲ ਜੇ, ਪਾਣੀ ਮਿਲ ਜੇ, ਧੁੱਪ ਮਿਲ ਜੇ। ਜੇ ਉਹ ਬੀ ਪੱਥਰ 'ਤੇ ਪਿਆ ਰਹਿ ਜੇ, ਜਾਂ ਬੀ ਉਹ ਕਿਸੇ ਡੱਬੀ 'ਚ ਪਾ ਕੇ ਰੱਖ ਦਈਏ, ਬੀਜੀਏ ਨਾ, ਫਿਰ ਉਹ ਨਹੀਂ ਉਗਰਦਾ, ਉਹ ਅੱਗੇ ਟੱਪ ਜਾਂਦਾ। ਗੁਰੂ ਨੂੰ ਜਦੋਂ ਦਿਸਿਆ ਕਿ ਅੱਜਾ ਮੱਲ ਦਾ ਕੋਈ ਐਸਾ ਕਰਮ ਅੱਗੇ ਆ ਰਿਹਾ ਕਿ ਇਹਦੇ ਕਿਸੇ ਨਾਲ ਸੰਬੰਧ ਜੁੜਨਗੇ ਤੇ ਇਹ ਬਰਬਾਦ ਹੋ ਸਕਦਾ, ਤਾਂ ਗੁਰੂ ਨੇ ਤਕੀਦ ਕੀਤੀ ਕਿ ਅੱਜਾ ਮੱਲ, ਜਦੋਂ ਵੀ ਆਸ਼ਰਮ ਆਉਣਾ, ਆਪਣੇ ਘਰ ਤੋਂ ਇੱਧਰ ਵਾਰ-ਵਾਰ ਦੀ ਆਉਣਾ, ਤੂੰ ਬਾਜ਼ਾਰ ਵਿੱਚ ਦੀ ਨਹੀਂ ਆਉਣਾ। ਅੱਜਾ ਮੱਲ ਨੇ ਬਚਨ ਮੰਨਿਆ। ਅੱਗੇ ਹੁੰਦਾ ਸੀ ਕਿ ਜਿਹੜਾ ਬਚਨ ਕਰਤਾ ਉਹ ਮੰਨਣਾ, ਹੁਣ ਤਾਂ ਅਗਲਾ ਉਲਟ ਕਰਕੇ ਵੇਖਦਾ। ਪਰ ਕੋਈ ਸਮਾਂ ਆਇਆ ਜਦੋਂ ਫਿਰ ਪ੍ਰਬਲਤਾ ਬਣਦੀ ਹੈ ਕਰਮਾਂ ਦੀ, ਉਹ ਧੱਕੇ ਮਾਰਦੇ ਆ, ਕਰਮ ਖਿੱਚ ਕੇ ਲਿਜਾਂਦੇ ਆ। ਅਤੇ ਉਹਨੂੰ ਲੱਗਿਆ ਕਿ ਗੁਰੂ ਜੀ ਰੋਕਦੇ ਕਿਉਂ ਆ, ਮੈਂ ਜਾ ਕੇ ਤਾਂ ਦੇਖਾਂ। ਜਦੋਂ ਉਹ ਬਾਜ਼ਾਰ 'ਚ ਜਾਂਦਾ ਅਤੇ ਉਹ ਕਰਮ ਜਾਗਦਾ, ਉਹ ਕੋਈ ਉਹਦੀ ਨਿਗਾਹ ਮਿਲਦੀ ਹੈ ਕਿਸੇ ਗਣਕਾਂ ਨਾਲ, ਅਤੇ ਉਹਨੂੰ ਖਿੱਚ ਪੈਂਦੀ ਆ, ਤਾਂ ਰੋਜ਼ਾਨਾ ਉੱਧਰ ਜਾਣਾ ਸ਼ੁਰੂ ਹੋ ਜਾਂਦਾ। ਕਰਦਾ ਕਰਦਾ ਹੌਲੀ ਹੌਲੀ ਇਲਾਕੇ 'ਚ ਗੱਲ ਉੱਡਣੀ ਸ਼ੁਰੂ ਹੋ ਜਾਂਦੀ ਹੈ, ਬਦਨਾਮ ਹੋ ਜਾਂਦਾ। ਤਾਂ ਫਿਰ ਉਦੋਂ ਇੱਕ ਡੰਡ ਹੀ ਦਿੱਤਾ ਜਾਂਦਾ ਕਿ ਭਾਈ ਤੂੰ ਜੇ ਇਹੀ ਕਰਦਾ ਤਾਂ ਕਰ ਲਾ। ਉਹਨੂੰ ਘਰੋਂ ਕੱਢ ਦਿੰਦੇ ਆ ਘਰ ਦੇ, ਉਹ ਉਸੇ ਨਾਲ ਵਿਆਹ ਕਰਾ ਕੇ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੰਦਾ। ਕਰਦਾ ਕਰਦਾ ਹੁਣ ਉਹਦੇ ਕੋਲੇ, ਵਿਚਾਰੀ ਕੋਲੇ ਕਿਹੜਾ ਕੋਈ ਜਾਇਦਾਦ ਸੀ ਜਾਂ ਹੋਰ ਸੀ, ਦਿਹਾੜੀਆਂ ਕਰਨ ਲੱਗ ਜਾਂਦਾ। ਆਮ ਦਿਹਾੜੀ ਦੱਪੇ ਕਰਦਾ ਕਰਦਾ 5-4 ਜਵਾਕ ਹੋ ਜਾਂਦੇ ਆ, 6। ਜੰਗਲ 'ਚ ਰਹਿ ਰਿਹਾ ਹੁੰਦਾ। ਹੁਣ ਜਿਹੜੇ ਬੰਦੇ ਨੇ ਕਦੇ ਕੋਈ ਲਗਜ਼ਰੀ ਦਾ ਟਾਈਮ ਦੇਖਿਆ ਵਾ, ਜਿਹਨੇ ਗਿਆਨ ਦੀ ਉਚਾਈ ਮਾਣੀ ਵੀ ਆ, ਜਿਹਨੇ ਕਿਤੇ ਸਤਿਗੁਰਾਂ ਦਾ ਸੰਗ ਮਾਣਿਆ ਵਾ, ਕਿਤੇ ਸਾਧੂ ਸੰਗ ਮਾਣਿਆ ਵਾ, ਪਿਆ ਤਾਂ ਉੱਥੇ ਹੀ ਹੁੰਦਾ ਨਾ, ਜਾਂਦਾ ਤਾਂ ਕਿਧਰੇ ਨਹੀਂ। ਜੇ ਮਾੜੇ ਕਰਮ ਨਹੀਂ ਨਾਸ ਹੁੰਦੇ ਤੇ ਹੁੰਦੇ ਚੰਗੇ ਵੀ ਨਾਸ ਨਹੀਂ। ਪਤਾ ਨਹੀਂ ਕਿਹੜੇ ਜਨਮ 'ਚ ਜਾ ਕੇ ਉਹਨਾਂ ਨੇ ਜਾਗ ਪੈਣਾ। ਫਿਰ ਕੋਈ ਸਮਾਂ ਆਉਂਦਾ, ਉਹਨਾਂ ਸੰਤਾਂ ਕੋਲੇ ਆਉਣ ਵਾਲੇ ਸਾਧੂ ਇੱਕ ਦਿਨ ਲੰਘ ਰਹੇ ਆ, ਉਹਨਾਂ ਨੂੰ ਦਿਵ ਦ੍ਰਿਸ਼ਟੀ ਰਾਹੀਂ ਦਿਸਦਾ ਕਿ ਉਹ ਬੱਚਾ ਉਹ ਆ ਯਾਰ, ਜਿਹੜਾ ਆਪਾਂ ਕਦੇ ਸੋਚਦੇ ਸੀ ਕਿ ਦੁਨੀਆ 'ਤੇ ਰੌਸ਼ਨੀ ਕਰੂਗਾ ਗਿਆਨ ਨਾਲ, ਪਰ ਵਿਚਾਰਾ ਕਰਮਾਂ ਦਾ ਮਾਰਿਆ ਕਿੱਥੇ ਉਲਝ ਗਿਆ। ਚਲੋ ਉਹਦੇ ਕੋਲ ਜਾਂਦੇ ਆ, ਗੱਲਬਾਤ ਕਰਦੇ ਆ। ਅੱਜਾ ਮੱਲ, ਹਲੇ ਵੀ ਟਾਈਮ ਆ, ਜਿੰਨਾ ਚਿਰ ਸਾਹ ਵਗਦੇ ਆ ਨਾ, ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਇਹ ਅਧਿਆਤਮ ਦਾ ਖੇਤਰ ਬੜਾ ਹੀ ਖੁੱਲ੍ਹਾ, ਵਿਸਫੋਟਕਾ, ਇੱਕ ਸਕਿੰਟ 'ਚ ਗੇਮ ਘੁੰਮ ਜਾਂਦੀ ਹੈ ਸਾਰੀ। ਤੂੰ ਕੋਸ਼ਿਸ਼ ਕਰਨਾ ਵਾਪਸ ਆਉਣ ਦੀ। ਉਹ ਕਹਿੰਦਾ ਵੀ ਕਿਵੇਂ ਹੋ ਸਕਦਾ, ਹੁਣ ਨਹੀਂ ਹੋ ਸਕਦਾ, ਮੈਂ ਇਹਨੂੰ ਧੋਖਾ ਵੀ ਨਹੀਂ ਹੁਣ ਦੇ ਸਕਦਾ। ਸਾਰੀ ਜ਼ਿੰਦਗੀ ਜੇ ਮੈਂ ਇਹਦੇ 'ਤੇ ਲਾਤੀ ਹੈ ਤਾਂ ਇਹਨੇ ਵੀ ਮੇਰੇ 'ਤੇ ਲਾਤੀ ਹੈ, ਅਤੇ ਆਹ 4-5 ਬੱਚੇ ਨੇ, ਮੈਂ ਹੁਣ ਕਿਵੇਂ ਉਸ ਪਾਸੇ ਆਵਾਂ। ਗਿਆਨ ਧਿਆਨ ਰੱਬ ਦਾ ਨਾਂ ਨਹੀਂ, ਉਹ ਹੋ ਨਹੀਂ ਸਕਣਾ। ਉਹ ਕਹਿੰਦੇ ਨਹੀਂ, ਇੱਕ ਵਿਧੀ ਆ, ਤੂੰ ਰਹਿ ਇੱਥੇ ਹੀ, ਪਰਿਵਾਰ 'ਚ ਹੀ ਰਹਿ, ਪਰ ਚਿੱਤ ਦੀ ਅਟਰੈਕਸ਼ਨ ਤਾਂ ਕਰਨਾ, ਕਿ ਚਿੱਤ ਦੇ ਵਿੱਚ ਯਾਦ ਕਰ। ਉਹ ਕਹਿੰਦਾ ਵੀ ਮਲੀਨਤਾ ਹੀ ਇੰਨੀ ਆ ਚੁੱਕੀ ਆ, ਨਾਂ ਲੈਣ ਨੂੰ ਜੀ ਨਹੀਂ ਕਰਦਾ, ਕਿਵੇਂ ਨਾਂ ਲਵਾਂ ਹੁਣ, ਕਿਹੜੇ ਨਾਂ। ਬਸ ਇਹ ਹੁੰਦੀ ਹੈ ਹਾਲਤ।
ਬਹੁਤ ਲੋਕਾਂ ਨੂੰ ਆਪਾਂ ਕਹਿ ਕੇ ਦੇਣੇ ਹੁੰਦਾ। ਫਿਰ ਉਹ ਇੱਕ ਵਿਧੀ ਕਰਦੇ ਆ ਕਿ ਉਹ ਦੇਖਦੇ ਆ ਕਿ ਇਹਦੇ ਘਰ ਵਾਲੀ ਦੇ, ਬੀਬੀ ਦੇ ਬੱਚਾ ਹੋਣ ਵਾਲਾ। ਉਹ ਕਹਿੰਦੇ ਤੈਨੂੰ ਇੱਕ ਬਚਨ ਦੇ ਦੇਈਏ, ਮੰਨ ਲਏਗਾ? ਉਹ ਕਹਿੰਦਾ ਹਾਂਜੀ। ਕਹਿੰਦੇ ਤੇਰੀ ਘਰ ਵਾਲੀ ਦੇ ਜੋ ਬੱਚਾ ਹੋਣ ਵਾਲਾ ਉਹਦਾ ਨਾਂ ਨਰਾਇਣ ਰੱਖੀ। ਉਹ ਕਹਿੰਦਾ ਜੀ ਸੱਤ ਬਚਨ। ਬੱਚਾ ਹੁੰਦਾ, ਰੱਬ ਦੀ ਨੀਅਤ ਹੁੰਦਾ ਵੀ ਲੜਕਾ, ਉਹਦਾ ਨਾਂ ਨਰਾਇਣ ਰੱਖ ਲੈਂਦਾ। ਇਹ ਇੱਕ ਹੋਰ ਘਟਨਾ ਘਟਦੀ ਆ ਕਿ ਮਾਂ ਬਾਪ ਨੂੰ ਸਾਰਿਆਂ ਤੋਂ ਛੋਟਾ ਜਿਹੜਾ ਬੱਚਾ ਉਹ ਵੈਸੇ ਹੀ ਪਿਆਰਾ ਵੱਧ ਹੁੰਦਾ, ਉਹ ਵੈਸੇ ਹੀ ਬਹੁਤ ਪਿਆਰਾ ਲੱਗਦਾ। ਤੇ ਇਹ ਤਾਂ ਮੰਨ ਲਓ ਵੀ ਉਹ ਤਾਂ ਕੋਈ ਰੱਬੀ ਰੂਹ ਉਤਰ ਕੇ ਆਈ ਸੀ ਜਿਹੜੀ ਉਹਨੂੰ ਬਦਲਣੀ ਆਈ ਸੀ। ਉਸੇ ਨੂੰ ਨਰਾਇਣ ਨਰਾਇਣ ਕਰਦਿਆਂ ਇੱਥੇ ਬਹੁਤ ਲੋਕ ਤਰਕ ਕਰਦੇ ਨੇ ਕਿ ਫਿਰ ਐਂ ਮਾੜੇ ਕੰਮ ਕਰਕੇ ਇਕੱਲੇ ਬੱਚੇ ਨੂੰ ਨਰਾਇਣ ਕਹਿਣ ਨਾਲ ਕਿਵੇਂ ਤਰ ਗਿਆ? ਇਕੱਲੇ ਬੱਚੇ ਨੂੰ ਨਰਾਇਣ ਕਹਿਣ ਨਾਲ ਨਹੀਂ ਤਰਿਆ, ਉਹਦੀ ਸਾਧਨਾ ਬਹੁਤ ਜ਼ਿਆਦਾ ਸੀ, ਉਹ ਟੌਪ ਤੋਂ ਡਿੱਗਿਆ ਸੀ। ਉਹ ਸਾਧਨਾ ਉਵੇਂ ਪਈ ਸੀ ਜਿਵੇਂ ਕਿਸੇ ਦਾ ਬੈਂਕ ਦੇ ਵਿੱਚ ਕਰੋੜਾਂ ਰੁਪਈਆ ਪਿਆ, ਲੇਕਿਨ ਕਾਨੂੰਨ ਦੀ ਕਿਸੇ ਧਾਰਾ ਅਧੀਨ ਉਹ ਸਟਾਕ ਹੋ ਜੇ ਤੇ ਉਹਨੂੰ ਉਹ ਵਰਤ ਨਾ ਸਕੇ, ਪਰ ਕੋਈ ਸਮਾਂ ਆਵੇ ਕਿ ਉਹਨੂੰ ਹਾਈ ਕੋਰਟ ਇਜਾਜ਼ਤ ਦੇ ਦੇ ਤੂੰ ਵਰਤ ਸਕਦਾ। ਉਹ ਬੱਚੇ ਦਾ ਨਾਂ ਨਰਾਇਣ ਲੈ ਲੈ, ਨਰਾਇਣ ਲੈ ਲੈ। ਅਸਲੀ ਨਰਾਇਣ ਦੇ ਝਲਕਾਰੇ ਉਹਦੀਆਂ ਅੱਖਾਂ 'ਚੋਂ, ਉਹਦੇ ਪਿਆਰ 'ਚੋਂ ਮਿਲਣੇ ਸ਼ੁਰੂ ਹੋ ਗਏ। ਇੱਕ ਮਿੱਕਤਾ ਉਹ ਸਹਿਜ ਅਵਸਥਾ ਨਾ ਹੋ ਗਈ ਜਿਹੜੀ ਰੁਕ ਜਾਂਦੇ ਆ ਖਿਆਲ। ਨਿੱਕਾ ਬੱਚਾ ਤਾਂ ਸਾਲ ਸਵਾ ਸਾਲ ਦਾ, ਜੇ ਤੁਸੀਂ ਵੀ ਅਨੁਭਵ ਕਰੋ ਨਾ, ਭਾਵੇਂ ਆਪਣਾ ਭਾਵੇਂ ਕਿਸੇ ਦਾ, ਜੇ ਤੁਹਾਡੀਆਂ ਅੱਖਾਂ ਚੱਖਾਂ ਪਾ ਕੇ ਕਿਲਕਾਰੀ ਮਾਰਦੇ ਤੇ ਤੁਹਾਨੂੰ ਵੀ ਅੰਦਰੋਂ ਇੱਕ ਸਕਿੰਟ ਲਈ ਉਹ ਐ ਰੋਕ ਜਾਂਦਾ ਕਿ ਤੁਹਾਨੂੰ ਇੱਕ ਹੋਰ ਹੀ ਭਾਵ ਉੱਠਦਾ ਜਿਹੜਾ ਇੱਕ ਮਿੱਕਤਾ ਦਾ। ਤੇ ਇੰਨਾ ਚੰਗਾ ਲੱਗਦਾ ਆਪਾਂ ਬੱਚੇ ਨੂੰ ਚੱਕ ਕੇ ਹਿੱਕ ਨਾਲ ਲਾ ਲੈਨੇ, ਕੋਈ ਵੀ ਹੋਵੇ। ਉਹ ਸਾਧਨਾ ਜਿਹੜੀ ਉਹਨੇ ਬੱਚੇ ਦੇ ਨਾਲ ਕੀਤੀ ਛੋਟੇ ਜਿਹੇ ਹੁੰਦੇ ਤੋਂ ਲੈ ਕੇ, ਉਹ ਮੇਰਾ ਨਰਾਇਣ, ਉਹ ਮੇਰਾ ਨਰਾਇਣ, ਉਹ ਮੇਰਾ ਨਰਾਇਣ, ਹਰ ਵੇਲੇ ਨਰਾਇਣ 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 ਕਰਦੇ। ਉਹ 5-7 ਸਾਲ ਦਾ ਬੱਚਾ ਹੋਇਆ ਉਦੋਂ ਨੂੰ ਅੰਦਰ ਦੀ ਪਵਿੱਤਰਤਾ, ਅੰਦਰ ਦੀ ਉਹ ਨਰਾਇਣ ਜਪਣ ਵਾਲੀ, ਕਿ ਉਹ ਪਹਿਲਾਂ ਵੀ ਤਾਂ ਓਮ ਨਮੋ ਨਰਾਇਣ, ਓਮ ਨਮੋ ਨਰਾਇਣ ਇਹੀ ਜਪਦਾ ਸੀ। ਉਹੀ ਨਰਾਇਣ ਦੀ ਨਰਾਇਣ ਨਾਲ ਤਾਰ ਜੁੜੀ। ਉਹ ਨਰਾਇਣ ਖੁਦ ਉਹਦੇ ਬੱਚੇ ਰਾਹੀਓ ਹੀ ਆਇਆ ਸੀ ਉਹਨੂੰ ਤਾਰਨ, ਕਿਉਂਕਿ ਜਿਹਨੇ ਤਪੱਸਿਆ ਕੀਤੀ, ਮਾਰੇ ਕਹਿੰਦੇ ਤਿਲ ਨਹੀਂ ਭੰਨਾ ਘਾਲੇ। ਤਿਲ ਜਿੰਨੀ ਘਾਲਣਾ ਕੀਤੀ ਨਹੀਂ ਕਿਸੇ ਪਾਸੇ ਜਾਣ ਦਿੰਦਾ। ਅੱਜਾ ਮਲ ਨੇ ਤਾਂ ਫਿਰ ਵੀ ਆਪਦੀ ਜ਼ਿੰਦਗੀ ਦੇ 35-40 ਸਾਲ ਲਾਏ ਸੀ, ਲੈ ਗਏ ਤਾਰ ਕੇ। ਜਦੋਂ ਜਾਣਾ ਸੀ ਆਤਮਿਕ ਅਡੋਲਤਾ ਦੀ ਅਵਸਥਾ 'ਚ ਸੀ, ਤੇ ਜਦੋਂ ਤੁਸੀਂ ਸਹਿਜ ਅਵਸਥਾ 'ਚ ਹੁੰਦੇ ਹੋ ਤਾਂ ਫਿਰ ਮੌਤ ਨਹੀਂ ਸਾਹਮਣੇ ਆਉਂਦੀ, ਫਿਰ ਤਾਂ ਧਰਮਦੂਤ ਹੀ ਸਾਹਮਣੇ ਆਉਂਦੇ ਆ। ਇਹ ਨਿਯਮ ਨੇ ਸਾਰੇ। ਫਿਰ ਇਵੇਂ ਜਿਵੇਂ ਗਣਕਾ ਉਹਨੂੰ ਤੋਤਾ ਦਿੱਤਾ ਫਕੀਰ ਨੇ ਕਿ ਤੂੰ ਇਹਨੂੰ ਹੀ ਰਾਮ ਰਾਮ ਜਪਾਇਆ ਕਰ, ਉਹਦਾ ਵੀ ਇਹੀ, ਉਹਦੀ ਵੀ ਕੋਈ ਜਿਹੜੀ ਸਾਧਨਾ ਸੀ ਪਿਛਲੀ, ਜਾਂ ਕਹਿ ਲਓ ਇੱਕ ਖਿੱਚ ਹੁੰਦੀ ਆ ਜਦੋਂ ਬੰਦਾ ਬੁਰੇ ਪਾਸੇ ਫਸ ਜਾਂਦਾ, ਉਹਦੀ ਸਭ ਤੋਂ ਵੱਧ ਖਿੱਚ ਹੁੰਦੀ ਹੈ ਕਿ ਮੈਨੂੰ ਮੌਕਾ ਮਿਲ ਜੇ ਮੈਂ ਚੰਗਾ ਕਰਾਂ। ਉਹ ਜਿਹੜੀ ਖਿੱਚ ਹੈ, ਜੋ ਜੀ ਹੋਏ ਸੋ ਉਗਬੈ ਮੂੰਹ ਕਾ ਕਿਹਾ ਬਾਓ। ਹਲੇ ਜਿਹੜਾ ਫਿਰਦਾ ਹੀ ਹੁੰਦਾ ਉਧਰੋਂ ਬਾਂ ਕਰਦਾ ਰਹਿ ਜਾਂਦਾ, ਜਿਹੜਾ ਦੂਰ ਹੁੰਦਾ, ਜਿਹੜਾ ਡੁੱਬਿਆ ਹੁੰਦਾ ਕਿਤੇ, ਉਹ ਖਿੱਚ ਕਿ ਆ ਜੇ ਕਿਤੇ ਕੜਾ ਲੋਟ, ਮੈਨੂੰ ਮਿਲ ਜੇ ਮੌਕਾ, ਮੈਂ ਦਿਖਾਵਾਂ ਫਿਰ ਕਰਕੇ। ਇਹ ਚੀਜ਼ ਮਹਾਰਾਜ ਕਦੇ ਸੁਣ ਲੈਂਦੇ ਆ। ਉਹ ਪਤਿਤ ਕਰਮਾਂ ਦੇ ਵਿੱਚੋਂ ਵੀ ਕੋਈ ਕਿੱਡਾ ਹੀ ਪਤਿਤ, ਕਿੱਡਾ ਹੀ ਮਾੜਾ। ਸਤਿਗੁਰਾਂ ਦੇ ਬਚਨ ਇਹ ਨੇ ਕਿ ਖਿੱਚ ਤੁਸੀਂ ਚੰਗੇ ਦੀ ਰੱਖੋ, ਜਿੱਧਰ ਨੂੰ ਖਿੱਚ ਰੱਖੋਗੇ ਕਰਤੇ ਦੇ ਨਿਯਮ ਨੇ ਉਹ ਤੁਹਾਨੂੰ ਖਿੱਚ ਕੇ ਲੈ ਜਾਊਗਾ। ਇਹ ਕਹਿੰਦੇ ਅੱਜਾ ਮਲ ਗੱਜ ਗਣਕਾ ਪਤਿਤ ਕਰਮ ਕੀਨੇ, ਤੇਊ ਉੱਤਰ ਪਾਰ ਪਰੇ RAM ਨਾਮ ਲੀਨੇ। ਕਹਿੰਦੇ ਉਹ ਵੀ ਪਾਰ ਪਰ ਗਏ, ਮਾੜੇ ਕਰਮ ਕਰਦੇ ਹੋਏ ਵੀ, ਮਾੜੇ ਕਰਮਾਂ 'ਚ ਰੁੱਝੇ ਹੋਏ ਵੀ। ਕਿਉਂ ਪਾਰ ਪਰ ਗਏ? ਤੇਊ ਉੱਤਰ ਪਾਰ ਪਰੇ RAM, ਉਹ ਨਾਮ ਲੈਂਦੇ ਸੀ ਰਾਮ ਦਾ, ਨਾਰਾਇਣ ਦਾ। ਇਹ ਨਹੀਂ ਹੈਗਾ ਕਿ ਅੱਜਾ ਮਲ ਉਹ ਪਛਤਾਵਾ ਨਹੀਂ ਸੀ ਉਹਨੂੰ ਉਹ ਕਰੇ ਦਾ ਜਿਹੜਾ ਪਤਿਤ ਹੋ ਗਿਆ ਸੀ, ਉਹਦਾ ਪਛਤਾਵਾ ਸੀ, ਚੰਗਾ ਕਰਨਾ ਚਾਹੁੰਦਾ ਸੀ। ਬੱਚੇ ਦੇ ਰਾਹੀਂ ਘਟਨਾ ਘਟ ਗਈ, ਬੱਚੇ ਹੀ ਕਹਿ ਲਓ ਸਤਿਗੁਰੂ ਬਣ ਕੇ ਆ ਗਿਆ। ਤੇ ਬੱਚੇ ਦੀ ਸੇਵਾ ਹੀ, ਬੱਚੇ ਦਾ ਪਿਆਰ ਆ ਜਿਹੜਾ, ਇਹ ਕਿਸੇ ਦਾ ਵੀ ਹੋਵੇ ਰੱਬ ਤੱਕ ਲੈ ਜਾਂਦਾ। ਇਹ ਗੱਲ ਯਾਦ ਰੱਖਿਓ। ਜੇ ਪਿਆਰ ਵੀ ਤੁਸੀਂ ਨਿੱਠ ਕੇ ਕਰ ਲਓ ਨਾ, ਆਪਣਾ ਆਪਾ ਵਾਰ ਦਿਓ ਪਿਆਰ ਤੋਂ, ਤੇ ਐਂਡ ਤੇ ਕਰਤਾਰ ਹੀ ਨਿਕਲਣਾ, ਹਰ ਕੁਝ ਹੀ ਕਰਤਾਰ ਨਿਕਲਣਾ ਹੈ ਹੀ। ਹਰਕ ਦੇ ਵਿੱਚ ਉਹ ਕਣ ਕਣ ਦੇ ਵਿੱਚ ਉਹ ਆ, ਤਾਂ ਫਿਰ ਸਾਰਿਆਂ 'ਚ ਹੀ ਉਹ ਆ। ਮਹਾਰਾਜ ਕਹਿੰਦੇ ਤੇਊ ਉੱਤਰ ਪਾਰ ਪਰੇ RAM ਨਾਮ ਦੀਨੇ। ਐਵੇਂ ਜਿਵੇਂ ਗਣਕਾ, ਐਵੇਂ ਜਿਵੇਂ ਗੱਜ ਹਾਥੀ, ਜਿਹਨੇ ਵੀ ਧਿਆਇਆ ਤੇ ਜਿਹਨੇ ਵੀ ਚਾਹਿਆ ਉਹਨੂੰ ਮਿਲਿਆ। ਉਹਦਾ ਨਾਮ ਲਓਗੇ ਜਿਹੜਾ ਰਮਿਆ ਹੋਇਆ ਰਾਮ ਹੈ। ਕਦੇ ਦੀ ਧੁਨੀ ਕਰਕੇ ਦੇਖੋ ਰਾਮ
ਰਾਮ। ਆਪ ਹੀ ਕਹੋ ਤੇ ਆਪ ਹੀ ਸੁਣੋ, ਦੇਖਿਓ ਇਹਦਾ ਆਨੰਦ। ਤੇ ਇਹਦੇ ਇਹ ਬੀਜ ਮੰਤਰਾਂ ਦੇ ਪੁਆਇੰਟ ਹੁੰਦੇ ਨੇ। ਇਹ ਰਾਮ ਕੱਲੇ ਅਕਸ਼ਰ ਹੀ ਨਹੀਂ, ਪਾਸਵਰਡ ਹੈ, ਬੀਜ ਮੰਤਰ ਹੈ। ਇਹਨਾਂ ਦੇ ਵਿੱਚੋਂ ਫੁਲਾਵਟ ਨਿਕਲਦੀ ਹੈ। ਇਹ ਸੈਂਟਰਾਂ ਦੇ ਪਾਸਵਰਡ ਨੇ, ਖੁੱਲ੍ਹਦੇ ਆ। ਜਦੋਂ ਖੁੱਲ੍ਹਦੇ ਆ ਫਿਰ ਆਪਦਾ ਰੰਗ ਦਿਖਾਉਂਦੇ ਆ। ਸੂਕਰ ਕੂਕਰ ਜੋਣ ਭਰਮੇ ਤਉ ਲਾਜ ਨਾ ਆਈ। ਕਬੀਰ ਸਾਹਿਬ ਕਹਿੰਦੇ, ਉਹ ਬੰਦਿਆ ਪਿੱਛੇ ਤੂੰ ਸੂਰ ਦੀ ਜੂਨੀ, ਕੂਕਰ ਕੁੱਤੇ ਦੀ ਜੂਨੀ ਭੌਂਕਦਾ ਆਇਆ, ਬੜੀਆਂ 84 ਲੱਖ ਜੂਨਾਂ ਦੇ ਵਿੱਚ ਭਟਕਦਾ। ਕੋਈ ਚੰਗਾ ਵੇਲਾ ਸੀ, ਤੇਰੀ ਵਾਰੀ ਆ ਗਈ, ਤੂੰ ਬੰਦਾ ਬਣਿਆ ਵਾ। ਸੋਚ ਲਾ, ਤੈਨੂੰ ਹਲੇ ਵੀ ਲਾਜ ਨਹੀਂ ਆਉਂਦੀ, ਦੁਬਾਰੇ ਫੇਰ ਤਿਆਰੀ ਆ। ਜੇ ਨਾ ਜਾਣਿਆ ਆਪਣੇ ਆਪੇ ਨੂੰ, ਤੇਰੇ ਕੋਲ ਬਹੁਤ ਵੱਡਾ ਮੌਕਾ। ਤੂੰ ਮੈਨ ਤੋਂ ਸੁਪਰਮੈਨ ਬਣ ਸਕਦਾ ਹੈ, ਸ਼ਕਤੀਮਾਨ ਬਣ ਸਕਦਾ ਹੈ। ਬਣ ਜਾ। ਜਾਣ ਪੰਜੇ ਤੱਤਾਂ ਨੂੰ, ਜਾਣ ਅੰਦਰਲੇ ਰਹੱਸ ਨੂੰ, ਜਿਹੜਾ ਉਹ ਮਾਲਕ ਰਮਿਆ ਹੋਇਆ, ਉਹਦੇ ਨਾਲ ਨੇੜਤਾ ਕਰ ਲਾ। ਤੇ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਪੁੱਛ ਲਾ ਵੀ ਕਿਵੇਂ। ਮਹਾਰਾਜ ਕਹਿੰਦੇ, ਯਾਰ ਤੈਨੂੰ 24 ਘੰਟੇ ਮਿਲੇ ਆ ਦਿਨ ਰਾਤ ਦੇ, 2.5 ਘੰਟੇ ਇੱਧਰਲੇ ਪਾਸੇ ਲਿਆ, ਕਿਵੇਂ ਮਰਜ਼ੀ ਲਿਆ, ਨੀਂਦ ਘਟਾ ਵਧਾ, ਜੇ ਉਹ ਜੋ ਮਰਜ਼ੀ ਕਲੈਕਸ਼ਨ ਕਰ। 1.25 ਘੰਟਾ ਸੁਬਾਹ ਉਹਦੀ ਯਾਦ 'ਚ ਬੈਠ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰ। ਗੁਰੂ ਨਾਨਕ ਦੇ ਦਿੱਤੇ ਮੂਲ ਮੰਤਰ ਨੂੰ ਜਪ, ਜਪਜੀ ਸਾਹਿਬ ਦਾ ਪਾਠ ਕਰ, ਤਾਂ ਕਿ ਤੈਨੂੰ ਪਤਾ ਲੱਗੇ ਕਿ ਮੇਰੇ ਗੁਰੂ ਦੇ ਕੇ ਕੀ ਗਏ ਆ। ਉਦੋਂ ਬਾਅਦ ਫਿਰ ਮਹਿਸੂਸ ਕਰ, ਜੋ ਪਵਨ ਗੁਰੂ ਕਿਹਾ, ਉਹ ਪਵਨ ਗੁਰੂ ਦੇ ਚਰਨ ਪਰਸ। ਪਾਣੀ ਪਿਤਾ ਦਾ ਇੰਨਾ ਸਤਿਕਾਰ ਕਰ, ਜਾਗਰਤ ਪਿਤਾ ਦਾ ਵੀ, ਮਾਤਾ ਦਾ ਵੀ, ਤੇ ਇਹ ਜਿਹੜੇ ਮਾਤਾ ਪਿਤਾ ਧਰਤੀ ਤੇ ਪਾਣੀ। ਜਦੋਂ ਹੀ ਜਲ ਛਕਣਾ, ਗੁਰੂ ਨਾਨਕ ਦਾ ਨਾਂ ਲੈ ਕੇ ਹੱਸਦਿਆਂ ਖੇਡਦਿਆਂ, ਚੰਗਾ ਮੈਸੇਜ ਦੇ ਕੇ, ਤੂੰ ਚਾਹੁੰਦਾ ਕੀ ਆ, ਵਧੀਆ ਤੋਂ ਵਧੀਆ ਜ਼ਿੰਦਗੀ 'ਚ ਉਹ ਹੋਊਗਾ। ਤੈਨੂੰ ਰਸਤੇ ਨਿਕਲਣਗੇ, ਰਸਤੇ ਮਿਲਣਗੇ। ਕਿਤੇ ਵੀ ਤੂੰ ਕਾਰਾਵਾਸ 'ਚ ਬੈਠਾ ਹੋਵੇਂ, ਕਿਤੇ ਵੀ ਹੋਵੇਂ, ਜੋ ਤੈਨੂੰ ਚੰਗਾ ਅੱਗੇ ਚਾਹੀਦਾ ਉਹਦੀ ਬੇਨਤੀ ਕਰ ਚਿੱਤ ਦੇ ਵਿੱਚ। ਇਹ ਕਰਤੇ ਦਾ ਮੈਸੇਂਜਰ ਆ, ਜਿਹੜਾ ਜਾਲਾ ਹੈ, ਤੇਰੇ ਅੰਦਰੋਂ ਹੀ ਮੈਸੇਜ ਕਰਦੇ ਨੇ। ਇਹਨੇ ਸਾਰੇ ਇੰਸਟਰੂਮੈਂਟ ਇਹਨੂੰ ਪਤਾ ਕਿਵੇਂ ਚੱਲਦੇ ਆ। ਤੇ ਮਾਂ ਧਰਤੀ ਹੈ ਜਿਹੜੀ, ਇਹ ਤੋਂ ਬਿਨਾਂ ਤਾਂ ਹੋਂਦ ਹੀ ਨਹੀਂ ਹੈ ਕਾਸੇ ਦੀ। ਇਹ ਸ਼ਿਵ ਸ਼ਕਤੀ ਦੇ ਖੇਲ ਅਧੀਨ ਜਿਹੜਾ ਇਹ ਸਰਗਣ ਰੂਪ ਹੈ, ਪ੍ਰਕਿਰਤੀ ਹੈ, ਇਹ ਕਰਤੇ ਦਾ ਉਹ ਰੂਪ ਹੈ ਜਿਹਨੂੰ ਮਾਂ ਕਿਹਾ। ਤੇ ਮਾਂ ਦੇ ਵੱਖਰੇ ਵੱਖਰੇ ਰੂਪ ਰਿਸ਼ੀਆਂ ਮੁਨੀਆਂ ਨੇ ਬਣਾ ਕੇ ਸਾਡੇ ਸਾਹਮਣੇ ਲਿਆਂਦੇ। ਇੱਕ ਉਹ ਨਿਰਾਕਾਰ ਰੂਪ ਹੈ ਜਿਹੜਾ ਨਿਰੰਕਾਰ ਕਿਹਾ ਗੁਰੂ ਨਾਨਕ ਨੇ, ਜਿਹਨੂੰ ਸਾਰੇ ਭਗਤ ਸੰਤ ਤਰਜੀਹ ਦਿੰਦੇ ਆ। ਇੱਧਰਲੇ ਪਾਸੇ ਮੁਕਤੀ ਹੈ, ਸਿਵ ਵਾਲੇ ਪਾਸੇ ਪਰਮ ਪਿਤਾ ਵਾਲੇ ਪਾਸੇ ਉਹਦੇ ਨਾਲ ਇੱਕ ਮਿਕਤਾ। ਇੱਧਰ ਮਾਂ ਵਾਲੇ ਪਾਸੇ ਤੁਹਾਨੂੰ ਪਦਾਰਥ ਮਿਲਦੇ ਆ, ਜੋ ਵੀ ਦੁਨੀਆ ਦੀ ਲਗਜ਼ਰੀ ਹੈ। ਤੇ ਦੋਨਾਂ ਦਾ ਬੈਲੈਂਸ ਬਣਾ ਕੇ ਚੱਲਣਾ। ਇਹ ਮਾਂ ਵਾਲਾ ਹਿੱਸਾ ਵੀ ਚਾਹੀਦਾ, ਪਿਤਾ ਵਾਲਾ ਵੀ ਚਾਹੀਦਾ। ਪਿਤਾ ਵਾਲੇ ਹਿੱਸੇ ਲਈ ਸਿਰਫ 1.25 ਘੰਟਾ ਕਿਹਾ ਤੁਹਾਨੂੰ, 2.5 ਘੰਟੇ ਰੋਜ਼ ਦੇ, 6 ਘੰਟੇ ਵਿਸ਼ਵ ਸ਼ਕਤੀ ਨੂੰ ਡਾਊਨਲੋਡ ਕਰਨ ਦੇ ਵਧੀਆ ਨੀਂਦ। ਕਿੰਨੇ ਕੁ ਬਣ ਗਏ? 8, 8.5। ਬਾਕੀ ਜਿਹੜੇ ਘੰਟੇ 24 ਘੰਟੇ 'ਚ ਤੂੰ ਆਪਦਾ ਮਾਂ ਦੀ ਗੋਦ 'ਚ ਖੇਡ, ਕਮਾਈਆਂ ਕਰ, ਕੋਠੀਆਂ ਪਾ, ਗੱਡੀਆਂ ਲਿਆ, ਅਸਲਾ ਖਰੀਦ, ਜੋ ਕਰਨਾ ਕਰ। ਉਹ ਬਾਕੀ ਟਾਈਮ ਤੇਰਾ ਉੱਧਰ ਹੈ। ਇਹਨੂੰ ਐਂ ਵੰਡ ਕੇ ਬੈਲੈਂਸ ਕਰ ਲਾ। ਬਸ ਇਹੀ ਦਾਤੇ ਦੀ ਖੇਡ ਆ ਸਾਰੀ। ਅੱਗੇ ਹੁਣ ਮਹਾਰਾਜ ਫਿਰ ਕੀ ਕਹਿੰਦੇ ਨੇ, ਭਾਈ ਸ਼ਰਮ ਕਰ, ਬਥੇਰੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਕਹਿੰਦੇ ਰਾਮ ਦੇ ਨਾਮ ਦਾ ਅੰਮ੍ਰਿਤ ਤੂੰ ਛੱਡ ਕੇ ਕਿਉਂ ਵਿਉ ਖਾਈ ਜਾਣਾ? ਤੂੰ ਖੁਦ ਉਹਦਾ ਰੂਪ ਆ, ਤੇ ਤੇਰੇ ਅੰਦਰ ਇਸੇ ਪੁਆਇੰਟ ਆ ਜੀ ਤੋਂ ਤੈਨੂੰ ਖੁੱਲ੍ਹ ਜਾਣਾ ਉਹ ਖੇਤਰ, ਤੇ ਤੂੰ ਉਹਨੂੰ ਜਾਣ ਲੈਣਾ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਕਿਉਂ ਬਿਖ ਖਾਣਾ? ਕਿਉਂ 84 ਲੱਖ ਜੂਨ ਵਾਲੇ ਪਾਸੇ ਵੋਟ ਪਾਈ ਜਾਣਾ? ਪਤੰਦਰਾ ਸੋਚ। ਸਾਰਾ ਦਿਨ ਕੱਲੀ ਲਗਜ਼ਰੀ, ਮਾਇਆ 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 ਮਾਇਆ। ਇਹਨੇ ਤਾਂ ਫਿਰ ਇਹ ਮਾਇਆ ਦੇ ਅਧੀਨ ਹੀ ਆਉਂਦੇ ਜਿੰਨੇ ਕੂਕਰ ਸੂਕਰ ਆ। 84 ਲੱਖ ਜੂਨੀ ਮਾਂ ਦੇ ਅਧੀਨ ਹੀ ਆ, ਤੇ ਇਹਨੇ ਗੇੜਾ ਖਵਾ ਦੇਣਾ ਉਹ ਤੁਹਾਨੂੰ। ਇਹ ਤਾਂ ਪਿਤਾ ਹੀ ਆ, ਜਿਹੜਾ ਪਰਮ ਪਿਤਾ, ਜਿਹੜਾ ਰਾਮ ਹੈ, ਰਮਿਆ ਹੋਇਆ ਇੱਕ ਓਂਕਾਰ ਆ, ਜਿਹੜਾ ਸਾਰਿਆਂ ਤੋਂ ਉੱਪਰ ਲੈ ਜਾਂਦਾ। ਮਾਂ ਨੂੰ ਜੋ ਡਿਊਟੀਆਂ ਦਿੱਤੀਆਂ ਉਹਨੇ ਆਪਦੇ ਫਰਜ਼ ਨਿਭਾਉਣੇ ਆ। ਪਿਤਾ ਨੇ, ਪਰਮ ਪਿਤਾ ਨੇ ਆਪਣੀ ਡਿਊਟੀ ਰੱਖੀ ਆ ਨਿਰਾਕਾਰ ਅਵਸਥਾ। ਉਹਨੂੰ ਮਹਿਸੂਸ ਕਰ। ਉਹਦਾ ਤਾਂ ਜਿਹੜਾ ਪੁੱਤਰ ਆ ਨਾ, ਪਵਨ ਪੁੱਤਰ, ਉਹ ਉਹਦੇ ਕੋਲ ਲੈ ਕੇ ਜਾਂਦਾ ਸ਼ਬਦ ਕੋਲ। ਸ਼ਬਦ ਜਿਹੜਾ ਹੋ ਰਿਹਾ ਸਾਰੇ ਅਣਹਦ ਨਾਦ,
ਇਹ ਪੁਆਇੰਟ ਦਿੱਤੇ ਨੇ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਪ੍ਰਕਾਸ਼ ਰੂਪ ਦੇ ਵਿੱਚ ਤੈਨੂੰ ਅਨੁਭਵ ਹੁੰਦਾ ਅੰਦਰੋਂ। ਇੱਧਰ ਨੂੰ ਵੀ ਧਿਆਨ ਦੇ, ਇੱਧਰ ਵੀ ਦੇ। 2.5 ਘੰਟੇ ਪਿਤਾ ਵਾਸਤੇ, ਨਿਰਾਕਾਰ ਵਾਸਤੇ, ਆਪਣੇ ਆਪੇ ਨੂੰ ਜਾਣਨ ਵਾਸਤੇ। 6 ਘੰਟੇ ਸਹੀ ਨੀਂਦ ਵਾਸਤੇ। 6 ਘੰਟਿਆਂ ਤੋਂ ਜੇ ਘੱਟ ਸੌਏਗਾ ਡਿਸਟਰਬ ਹੋ ਜਾਏਗਾ। ਉਹ ਘੰਟੇ 6 ਜੋ ਵਿਸ਼ਵ ਸ਼ਕਤੀ ਆ, ਪਰਮ ਊਰਜਾ ਜਿਹਦਾ ਵਿਧਾਨ ਬਣਾਇਆ ਕਰਤੇ ਪੁਰਖ ਨੇ, ਉਹ ਡਾਊਨਲੋਡ ਕਰਨ ਦਾ ਤੇਰੇ ਸਰੀਰ 'ਚ। ਜੇ ਉਹ ਸਹੀ ਟਾਈਮ 'ਤੇ ਤੂੰ, ਜੇ ਕੋਈ ਬੰਦਾ ਹੀ ਕਰੇ ਵੀ ਗੱਡੀ ਤੇ ਜਾਣਾ ਬਹੁਤ ਦੂਰ ਆ ਤੇ ਉਹ ਪੈਟਰੋਲ ਪੰਪ ਤੇ ਜਿਹੜਾ ਟਾਈਮ ਲੱਗਦਾ ਡੀਜ਼ਲ ਪੈਟਰੋਲ ਪਵਾਉਣ ਤੇ, ਉਹਨੂੰ ਵੀ ਕੱਟ ਕਰਨਾ ਸ਼ੁਰੂ ਕਰ ਦੇ। ਉਹਨੂੰ ਕਹੇ ਵੀ ਮੈਂ ਤਾਂ 5 ਮਿੰਟ ਹੀ ਪਵਾਊਂਗਾ, ਬਸ ਛੱਡ ਮੈਂ ਦੂਰ ਜਾਣਾ। ਉਹ ਦੂਰ ਨਹੀਂ ਜਾ ਸਕੂਗਾ। ਰੱਬ ਕਿਤੇ ਦੂਰ ਨਹੀਂ ਜਿਹਦਾ ਖਾਤਰ ਬੜੇ ਹਨੇਰੇ ਉੱਠ ਕੇ ਭੱਜਦੇ ਹੋ ਜਾਂ ਬੜਾ ਕੁਛ ਕਰਦੇ ਹੋ ਜਿਵੇਂ ਕਿਤੋਂ ਬਾਹਰੋਂ ਭੱਜਣਾ ਹੁੰਦਾ। ਨਹੀਂ, ਉਹ ਅੰਦਰ ਆ, ਉਹ ਸ਼ਾਂਤ ਹੋਏ ਤੋਂ ਬੈਠੇ ਤੋਂ ਹੀ ਮਿਲਣਾ। ਕਿਤੇ ਭੱਜਣ ਦੀ ਲੋੜ ਨਹੀਂ। ਨੀਂਦ ਨੂੰ ਨਾ ਘਟਾ। ਤੇ ਜਿਹੜੇ ਕਹਿੰਦੇ ਨੀਂਦ ਨੂੰ ਜਿੱਤਣਾ, ਮਨ ਨੂੰ ਜਿੱਤਣਾ, ਇਹਨੂੰ ਜਿੱਤਣਾ, ਜਿੱਤਿਆ ਜੁੱਤਿਆ ਇਹ ਕਦੇ ਨਹੀਂ ਜਾਂਦਾ। ਕਰਤੇ ਦਾ ਪੁੱਤਰ ਆ ਇਹ ਤਾਂ। ਲਿਹਾਜ਼ਾਂ ਭਿਆਜ਼ਾਂ ਪਾ ਕੇ ਬਸ ਇੱਧਰ ਉੱਧਰ ਜੇ ਕਰਕੇ ਲੰਘਣ ਦੀ ਕੋਸ਼ਿਸ਼ ਕਰੋ। ਨਿਊਟਰਲ 'ਤੇ ਆ ਜਾਓ, ਨਿਊਟਰਲ ਗੇਅਰ 'ਚ। ਨਾ ਇੱਧਰ ਨਾ ਇੱਧਰ, ਰਾਹ ਹੀ ਨਾ ਦਿਓ, ਬਸ ਸਹਿਜ ਅਵਸਥਾ। ਉਹਦੇ ਨਾਲ ਇਹਨੇ ਸਹੀ ਸਿਸਟਮ 'ਚ ਆਉਣਾ। ਸੰਸਾਰ ਨੂੰ ਜਿਉਂਦਿਆਂ 6 ਘੰਟੇ ਨੀਂਦ ਅਤੀ ਜ਼ਰੂਰੀ ਹੈ। ਬੇਸ਼ੱਕ ਤੁਸੀਂ ਬਾਹਰੀ ਤੌਰ 'ਤੇ ਕੋਈ ਚੀਜ਼ਾਂ ਪਾਉਣੀਆਂ, ਬੇਸ਼ੱਕ ਅੰਦਰੂਨੀ ਤੌਰ 'ਤੇ ਪਾਉਣੀਆਂ, ਇਹ ਕਰਤੇ ਦਾ ਨਿਯਮ ਹੈ। ਜਿਹੜੇ 2.5 ਘੰਟੇ ਨਿਰਾਕਾਰ ਅਵਸਥਾ ਵਾਸਤੇ ਦਿੱਤੇ ਆ ਸਤਿਗੁਰਾਂ ਨੇ, ਅਧਿਆਤਮਿਕ ਵਾਸਤੇ ਆ, ਸਪਿਰਚੁਅਲਿਟੀ ਵਾਸਤੇ ਆ, ਉਹਨੂੰ ਇੱਧਰ ਨਾ ਵਰਤੋ। ਉਹ 2.5 ਆਪਦੇ ਪਾਠ ਪੂਜਾ, ਕਥਾ ਕੀਰਤਨ, ਅਧਿਐਨ, ਆਪਣੇ ਆਪ ਦਾ ਮੰਨਣ, ਸਿਮਰਨ, ਚਿੰਤਨ, ਜੋ ਵੀ ਤੁਹਾਨੂੰ ਪਤਾ ਕਿ ਉਹ ਕਰੋ। ਐਂਡ 'ਤੇ ਆ ਕੇ ਨੇਤਰ ਬੰਦ ਹੋਣੇ ਆ। ਆਉਂਦੇ ਜਾਂਦੇ ਸਵਾਸਾਂ ਦਾ ਅਹਿਸਾਸ ਹੋ ਕੇ ਪਵਨ ਗੁਰੂ ਦੇ ਚਰਨਾਂ ਰਾਹੀਂ ਗੁਰਦੁਆਰ ਖੁੱਲ੍ਹਣਾ। ਉਹ ਗੁਰੂਦੁਆਰੇ ਨੇ ਸ਼ਬਦ ਗੁਰੂ ਦਾ ਮਿਲਾਪ ਕਰਾਉਣਾ। ਸ਼ਬਦ ਗੁਰੂ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ, ਉਹ ਹਾਜ਼ਰ ਨਾਜ਼ਰ। ਅੱਗੇ ਭਾਈ ਕਬੀਰ ਸਾਹਿਬ ਕਹਿੰਦੇ, ਤਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੇਹੀ। ਕਹਿੰਦੇ ਛੱਡ ਦੇ ਭਾਈ ਜਿਹੜੇ ਭਰਮ ਦੇ ਬਣਾਏ ਹੋਏ ਜਾਲ ਆ ਨਾ। ਜਿਵੇਂ ਆਹ ਭਰਮ ਹੀ ਹੁੰਦਾ, ਬਾਹਲਾ ਭੱਜਣਾ, ਜਿਆਦੇ ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਕੋਲੋਂ ਹੀ ਭਰਮ ਬਣਾ ਲਏ ਨੇ। ਇਹ ਤਾਂ ਕਰਤੇ ਦੀ ਸ੍ਰਿਸ਼ਟੀ ਆ, ਉਹਦੀਆਂ ਚੀਜ਼ਾਂ ਸਾਰੀਆਂ, ਉਹਦਾ ਹੀ ਸਿਸਟਮ ਹੈ, ਉਹਨੇ ਹੀ ਦਿੱਤਾ। ਮਹਾਰਾਜ ਕਹਿੰਦੇ ਤਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਦੇਹੀ। ਸਾਰਿਆਂ ਤੋਂ ਵਧੀਆ ਗੱਲ ਇਹ ਹੈ ਵੀ ਤੂੰ ਭਰਮਾਂ ਵਾਲੇ ਚੱਕਰ 'ਚ ਨਾ ਪਏ, ਛੱਡਣ ਛਡਾਉਣ ਦੇ ਚੱਕਰ 'ਚ ਪਹਿਲਾਂ ਹੀ ਨਾ ਪਏ। ਤੂੰ ਰਾਮ ਦਾ ਨਾਮ ਲੈ। ਪਹਿਲਾਂ ਤਾਂ ਤੂੰ ਲੈਣ ਵੱਡੀ ਕਰ, ਤੂੰ ਰਾਮ ਦਾ ਨਾਮ ਲੈ। ਜਿਹੜੇ ਨਿਸ਼ਾਨੇ ਨੂੰ ਮੱਥ ਕੇ ਤੁਰਿਆ ਨਾ, ਉਹਦੇ ਵੱਲ ਤੁਰੋ। ਰੁਕ ਰੁਕ ਕੇ ਕੁੱਤਿਆਂ ਦੇ ਰੋੜੇ ਨਾ ਮਾਰ ਭੌਂਕਣ ਵਾਲਿਆਂ ਦੇ। ਉਹ ਭੌਂਕਦੇ ਹੀ ਹੁੰਦੇ, ਉਹ ਵੜਦੇ ਨਹੀਂ ਹੁੰਦੇ। ਉਹਨਾਂ ਦਾ ਕੰਮ ਭੌਂਕਣ ਤੇ ਕਰੀ ਆ। ਜਿਹੜੇ ਮੰਗਦੇ ਫਿਰਦੇ ਹੁੰਦੇ ਨਾ, ਮੰਗਤੇ, ਬਸ ਉਹਨਾਂ ਨੂੰ ਪਤਾ ਹੁੰਦਾ ਇਹ ਨਸਲ ਦਾ। ਉਹਨਾਂ ਕੋਲ ਇੱਕ ਛੋਟੀ ਜਿਹੀ ਹੁੰਦੀ ਹੈ, ਮਾੜੀ ਜਿਹੀ, ਉਹ ਆਏ ਘਕਾਈ ਜਾਂਦੇ ਆ ਮਗਰ। ਉਹ ਆਪਦਾ ਮੰਗਣ 'ਤੇ ਧਿਆਨ ਦਿੰਦੇ ਆ ਵੀ ਕੁਛ ਮਿਲੇ ਤੇ ਖਾਈਏ। ਜੇ ਉਹ ਆਈ ਭੱਜੇ ਫਿਰਨ ਵੀ ਡਲਾ ਚੱਕ ਲਿਆ, ਉਹ 5-6 ਕਰਮ ਉਹਦੇ ਮਗਰ ਭੱਜ ਲਏ, ਫਿਰ ਦੂਜਾ ਆ ਗਿਆ ਉਹਦੇ ਮਗਰ, ਫਿਰ ਤਾਂ ਭੁੱਖੇ ਮਰ ਜਾਣ। ਇੱਕ ਭੁੱਖੇ ਮਿਹਨਤ ਵੀ ਕਿੱਥੋਂ ਕਰਨਗੇ ਇੰਨੀ ਭੱਜ ਭਜਾਉਣ ਦੀ। ਇਵੇਂ ਜਿਵੇਂ ਇਹ ਬਕਾਰਾਂ ਨੇ ਤਾਂ ਚੀਕਾਂ ਮਾਰਦੇ ਹੀ ਰਹਿਣਾ। ਇਹਨਾਂ ਨੇ ਤਾਂ ਖਿੱਚਾਂ ਪਾਉਣੀਆਂ ਹੀ ਆ। ਇਹਨਾਂ ਨੇ ਬਥੇਰੀਆਂ ਬਾਜਾਂ ਭੇਜਣੀਆਂ ਤੇਰੇ ਕੰਨਾਂ 'ਚ। ਬਾਜਾਂ ਵੀ ਇਹੋ ਜਿਹੀਆਂ ਜਿਵੇਂ ਖਾਈ ਜਾਣਗੇ। ਇਹਨਾਂ ਨੂੰ ਤਾਂ ਮਾੜੀ ਜੀ ਬਸ ਧਿਆਨ ਨਾਲ ਸੋਟੀ ਦੀ ਲੋੜ ਆ। ਬਾਕੀ ਤਾਂ ਤੂੰ ਆਪਦੀ ਧਿਆਨ ਉਹਦੇ 'ਤੇ ਰੱਖ ਜਿਹੜਾ ਕੰਮ ਕਰਨਾ ਆ। ਜਦੋਂ ਇਸ ਤਰ੍ਹਾਂ ਕਰੇਗਾ, ਮਹਾਰਾਜ ਕਹਿੰਦੇ ਤਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੇਹੀ। ਰਾਮ ਦਾ ਨਾਮ ਲੈ, ਆਪਣਾ ਇੱਕ ਨੇਮ ਬਣਾ। ਕੋਸ਼ਿਸ਼ ਕਰ ਦਿਨ ਵਿੱਚ ਦੀ ਕੁਛ ਟਾਈਮ ਤੇਰਾ ਇਹੋ ਜਿਹਾ ਹੋਣਾ ਬਹੁਤ ਅਤੀ ਜ਼ਰੂਰੀ ਆ ਕਿ ਇੱਕੋ ਜਗ੍ਹਾ ਜਿੱਥੇ ਵੀ ਤੁਸੀਂ ਰਹਿੰਦੇ ਹੋ, ਜੋ ਵੀ ਹੈ, ਕੁਛ ਟਾਈਮ ਇੱਕੋ ਜਗ੍ਹਾ ਬੈਠੋ। ਇੱਕੋ ਦਿਸ਼ਾ ਵੱਲ ਮੁੱਖ ਹੋਵੇ, ਇੱਕੋ ਆਸਣ ਹੋਵੇ ਤਾਂ ਬੜੀ। ਇਹ ਟੂਲ ਆ, ਇੱਧਰ ਤੂੰ ਜਾਣਦੇ ਨਹੀਂ ਹੈਗੇ। ਚੱਲ ਕੰਮ ਫੇਰ ਵੀ ਜਾਂਦਾ, ਪਰ ਇਹ ਸਹਾਇਤਾ ਕਰਦੇ ਆ। ਛੇਤੀ ਗੱਲ ਬਣ ਜਾਂਦੀ ਆ ਉਹ ਜਿਹੜੀ ਬਣਨੀ ਆ। ਤਾਂ ਮਹਾਰਾਜ ਅੱਗੇ ਕੀ ਕਹਿੰਦੇ ਨੇ, ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਹਿੰਦੇ ਹੋਣਾ ਸਾਰਾ ਕੁਛ ਤੇਰੀ ਤੜਪ ਦੇਖ ਕੇ, ਤੇਰੀ ਮਿਹਨਤ ਦੇਖ ਕੇ। ਗੁਰ ਪ੍ਰਸਾਦ ਵਾਪਰਨਾ, ਗੁਰ ਪ੍ਰਸਾਦ ਵਾਪਰਨਾ ਤੇਰੇ ਨਾਲ, ਤੇ ਉਹਦੇ ਨਾਲ ਇਹ ਗੱਲ ਸਾਰੀ ਬਣ ਜਾਣੀ ਹੈ। ਤੁਰਿਆ ਚੱਲ, ਦਿਲੋਂ ਧਿਆ,
ਸਾਰਿਆਂ ਤੋਂ ਪਹਿਲੀ ਗੱਲ ਤਾਂ ਬੇਨਤੀ ਅਰਦਾਸ ਹੀ ਆ ਕਿ ਜੋ ਵੀ ਚਾਹੀਦਾ ਅੰਦਰੂਨੀ ਬਾਹਰੀ ਜੋ ਅਰਦਾਸ ਬੇਨਤੀ ਕਰਦੇ ਰਹੋ। ਸਤਿਗੁਰੂ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਰਸਤਾ ਮਿਲ ਜੇ, ਮੈਨੂੰ ਮਿਲਾਪ ਹੋ ਜੇ ਖਾਤੇ ਦਾ। ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ, ਤੁਹਾਨੂੰ ਹਰ ਵੇਲੇ CCTV ਕੈਮਰੇ ਵਾਂਗੂ ਕੋਈ ਵਾਚ ਰਿਹਾ, ਉਹ ਕਦੇ ਵੀ ਤੁਹਾਡੀ ਤਿਲ ਜਿੰਨੀ ਕੀਤੀ ਮਿਹਨਤ ਵੀ ਅਜਾਈ ਨਹੀਂ ਜਾਣ ਦੇਊਗਾ। ਬਹੁਤ ਗੱਲਾਂ ਇਸ ਤਰ੍ਹਾਂ ਵਾਪਰਦੀਆਂ ਕਿ ਤੁਹਾਡਾ ਜਿਹੜਾ ਸਹਿ ਸੁਭਾਅ ਵਿਹਾਰ ਹੁੰਦਾ ਉਹ ਤੁਹਾਨੂੰ ਪਾਰ ਪਾ ਜਾਂਦਾ। ਮੇਰੇ ਨਾਲ ਇੱਕ ਗੱਲ ਵਾਰੀ ਆ ਰਹੀ, 2-3 ਵਾਰੀ ਆ ਗਈ ਹੁਣੇ ਕਿ ਕੋਈ ਇੰਟਰਵਿਊ ਦੇਣ ਗਏ ਬੱਚੇ, ਉਹਨਾਂ ਨੇ ਬੱਚਿਆਂ ਨੂੰ ਕਿਸੇ ਡਿਊਟੀ 'ਤੇ ਰੱਖਣਾ ਸੀ ਮਹਿਕਮੇ ਵਾਲਿਆਂ ਨੇ, ਅਤੇ ਬੰਦਾ ਉਹ ਡਿਊਟੀਆਂ ਕਹਿ ਲਓ ਵੀ ਇੰਟਰਵਿਊਆਂ ਦੇ ਥੱਕਿਆ ਪਿਆ ਸੀ ਵਿਚਾਰਾ, ਅਣਮੰਨੇ ਮਨ ਨਾਲ ਚਲਿਆ ਗਿਆ, ਚੱਲ ਕੋਈ ਨਹੀਂ। ਅਤੇ ਉਹ ਜਦੋਂ ਜਾਂਦੇ ਆ ਅਤੇ ਉੱਥੇ ਬੱਚਿਆਂ ਨੂੰ ਤਾਂ ਇੰਟਰਵਿਊ ਵਾਲੇ ਕਮਰੇ 'ਚ ਸੱਦਿਆ ਜਾਂਦਾ, 3ਜੀ ਮੰਜ਼ਿਲ 'ਤੇ। ਉਹ ਬੜੀ ਜਲਦੀ ਮਤਲਬ ਮੋੜੀ ਜਾਂਦੇ, ਅੱਗੇ ਦੀ ਅੱਗੇ ਤੋਰੀ ਜਾਂਦੇ ਆ। ਉਹ ਵੀ ਬੈਠਾ ਸੋਚੀ ਜਾਂਦਾ ਵੀ ਯਾਰ 5-5 4-4 ਮਿੰਟਾਂ 'ਚ ਕੀ ਪੁੱਛਦੇ ਆ ਐਡੀ ਜਲਦੀ, ਇਹ ਕੀ ਕਹਿੰਦੇ ਆ, ਕੀ ਕਰਦੇ ਆ, ਸੋਚੀ ਗਿਆ ਮਨ 'ਚ ਬੈਠਾ। ਪਰ ਜਦੋਂ ਉਹ ਪਹਿਲਾਂ ਬਾਹਰ ਗਿਆ ਵੀ ਯਾਰ ਬਾਥਰੂਮ ਜਾ ਆਵਾਂ ਕਿਸੇ ਪਾਸੇ, ਉੱਧਰ ਗਿਆ ਅਤੇ ਉੱਥੇ ਜਾ ਕੇ ਉਹਨੇ ਜੋ ਕੋਈ ਟੂਟੀ ਚੱਲੀ ਜਾਂਦੀ ਸੀ ਉਹ ਬੰਦ ਕੀਤੀ, ਫਾਲਤੂ ਚੱਲੀ ਜਾਂਦੀ ਸੀ। ਜਦੋਂ ਵਾਪਸ ਆਉਣ ਲੱਗਿਆ ਦੇਖਿਆ ਕਿ ਦਿਨ ਪੂਰਾ ਚੜ੍ਹਿਆ ਵਾ ਯਾਰ, ਲਾਈਟ ਚੱਲੀ ਜਾਂਦੀ, ਉਹ ਬੰਦ ਕਰਤੀ। ਫਿਰ ਅੰਦਰ ਆ ਕੇ ਬਹਿ ਗਿਆ ਉੱਥੇ ਜਦੋਂ ਬੈਠਾ ਅਤੇ ਉਹਨੇ ਦੇਖਿਆ ਵੀ ਇੱਥੋਂ ਦੀ ਲੋਕ ਲੰਘ ਰਹੇ ਆ, ਗੱਤੇ ਦਾ ਡੱਬਾ ਜਿਹਾ ਵੈਸੇ ਹੀ ਪਿਆ ਵਿਚਾਲੇ ਪੈਰ ਵੱਜਦਾ, ਉਹ ਉੱਠ ਕੇ ਉਹਨੂੰ ਚੱਕ ਕੇ ਪੌੜੀਆਂ ਦੇ ਥੱਲੇ ਕਰਤਾ। ਫਿਰ ਤਾਂ ਚੜ੍ਹਿਆ ਰਸਤੇ 'ਚ, ਫਿਰ 1-2 ਲਾਈਟਾਂ ਜਗਦੀਆਂ ਸੀ, ਉਹ ਹੁਣ ਜਾਂਦੇ ਨੇ ਵੈਸੇ ਹੀ ਬੰਦ ਕਰਤੀ। ਉਹੀ ਬਸ ਜਿਵੇਂ ਕੋਈ ਹੁੰਦਾ ਕਾਰਜ, ਮਨ 'ਚ ਹੁੰਦੀਆਂ ਗੱਲਾਂ ਇਹ ਬੰਦੇ ਦੇ, ਹਰ ਕੋਈ ਕਹਿੰਦਾ ਨਹੀਂ ਹੁੰਦਾ। ਅੰਦਰ ਜਾਂਦਾ ਅਤੇ ਜਦੋਂ ਜਾ ਕੇ ਉਹ ਬੈਠਦੇ ਆ ਕੁਰਸੀ 'ਤੇ, ਉਹ ਸਾਹਮਣਾ ਅਫਸਰ ਕਹਿੰਦਾ ਵੀ ਆ ਵੀ ਜਵਾਨ, ਉਹ ਆਪਦੇ ਸਰਟੀਫਿਕੇਟ ਅੱਗੇ ਰੱਖਦਾ, ਉਹ ਜੋ ਉਹਨੂੰ ਨੌਕਰੀ 'ਤੇ ਰੱਖਣਾ ਸੀ ਉਹਦਾ ਲੈਟਰ ਸੌਂਪ ਦਿੰਦਾ, ਕਹਿੰਦਾ ਆਹ ਚੱਕ। ਉਹ ਕਹਿੰਦਾ ਸਰ ਮੈਂ ਤਾਂ ਇੰਟਰਵਿਊ ਦੇਣ ਆਇਆ ਸੀ, ਪਹਿਲੀ ਵਾਰ ਆਇਆ ਸੀ। ਉਹ ਕਹਿੰਦਾ ਇੰਟਰਵਿਊ ਤੇਰੀ ਹੋ ਗਈ? ਉਹ ਕਹਿੰਦਾ ਜੀ ਮੈਂ ਤਾਂ ਹਾਲੇ ਹੁਣੀ ਆਇਆ। ਉਹ ਕਹਿੰਦੇ ਹੁਣੇ ਨਹੀਂ ਆਇਆ, ਇੰਟਰਵਿਊ ਤੇਰੀ ਜਦੋਂ ਗੇਟ ਤੋਂ ਐਂਟਰ ਹੋਇਆ ਉਹਦੀ ਸ਼ੁਰੂ ਹੋ ਗਈ ਸੀ, ਚੱਲ ਰਹੀ ਟੂਟੀ ਬੰਦ ਕੀਤੀ ਆ ਨਾ, ਹਿੱਸਾ ਸੀ ਇੰਟਰਵਿਊ ਦਾ। ਬੜੇ ਲੰਘੇ ਕੋਲ ਦੀ, ਉਹ ਤਾਂ ਹੀ ਤੋਰੀ ਗਏ ਆ ਉਹਨਾਂ ਨੂੰ, ਫਾਲਤੂ ਲਾਈਟਾਂ ਚੱਲਦੀਆਂ ਬੰਦ ਕੀਤੀਆਂ, ਇੰਟਰਵਿਊ ਦਾ ਹਿੱਸਾ ਸੀ। ਵਿਚਾਲੇ ਗੱਤਾ ਪਿਆ ਸੀ, ਤੂੰ ਚੱਕ ਕੇ ਸਾਈਡ 'ਤੇ ਕੀਤਾ। ਪੌੜੀਆਂ 'ਚ 1-2 ਹੋਰ ਡਿੱਗੇ ਸੀ, ਉਹਨਾਂ ਨੂੰ ਤੂੰ ਸਹੀ ਕੀਤਾ। ਇਹ ਸਾਰਾ ਇੰਟਰਵਿਊ ਦਾ ਹੀ ਹਿੱਸਾ ਸੀ। ਇਹੀ ਤਾਂ ਇੱਕ ਚਾਹੀਦਾ ਬੰਦੇ 'ਚ, ਜਿੱਥੇ ਨਹੀਂ ਵੀ ਡਿਊਟੀ ਉਹਨੂੰ ਵੀ ਡਿਊਟੀ ਮੰਨਣ ਨਾਲ ਵੀ ਜੇ ਇਹ ਕੁਛ ਗਲਤ ਹੋ ਰਿਹਾ ਤਾਂ ਮੇਰਾ ਵੀ ਫਰਜ਼ ਆ ਯਾਰ, ਮੇਰੇ ਦੇਸ਼ ਦੀ ਪ੍ਰੋਪਰਟੀ ਆ, ਮੇਰੀ ਸਰਕਾਰ ਦੀ ਪ੍ਰੋਪਰਟੀ ਆ, ਮੈਂ ਇਸ ਦੇਸ਼ ਦਾ ਦਿੱਤਾ ਖਾਨਾ, ਮੈਂ ਇੱਥੇ ਰਹਿਣਾ, ਜੇ ਕੁਛ ਵੀ ਗਲਤ ਹੋ ਰਿਹਾ ਮੈਨੂੰ ਠੀਕ ਕਰਾਂ। ਉਹ ਜਿਹੜੇ ਦਵਾ ਨਗਾਇਆ ਨਾ, ਉਹ ਤਾਂ ਹੀ ਨਗਾਇਆ, ਉਹਨਾਂ ਨੇ ਗੌਰ ਹੀ ਨਹੀਂ ਕੀਤੀ। ਅਤੇ ਉਹ ਬੰਦੇ ਦੀਆਂ ਅੱਖਾਂ ਭਰਿਆ ਆਈਆਂ ਅਤੇ ਉਹ ਕਹਿੰਦੇ ਵੀ ਕੀ ਗੱਲ, ਤੈਨੂੰ ਹੁਣ ਤਾਂ ਰੱਖ ਲਿਆ? ਕਹਿੰਦਾ ਜੀ ਤੁਸੀਂ ਤਾਂ ਰੱਖ ਲਿਆ, ਅਤੇ ਮੈਂ ਨਾ ਇਹ ਪਤਾ ਕਿਉਂ ਕਰਿਆ, ਇਹ ਮੇਰੀ ਮਾਂ ਮੈਨੂੰ ਲੜਦੀ ਰਹਿੰਦੀ ਸੀ ਰੋਜ਼ ਹੀ, ਵੇ ਆਹ ਕਰ ਦਿਆ ਕਰ ਬੰਦ ਉੱਠ ਕੇ, ਤੂੰ ਆਹ ਕਰ ਦਿਆ ਕਰ, ਐਂ ਚੱਲੀ ਜਾਂਦੀਆਂ ਬੁਰੀਆਂ ਲੱਗਦੀਆਂ। ਮੈਨੂੰ ਮੇਰੀ ਮਾਂ ਚੇਤੇ ਆਈ ਕਿ ਉਹਦੀ ਦਿੱਤੀ ਸਿੱਖਿਆ ਸਹਿ ਸੁਭਾਈ ਵਾਪਰਦੀ ਜੀ ਆ ਮੇਰੇ ਨਾਲ। ਹੁਣ ਮੈਂ ਕੋਈ ਮੱਤ ਕੇ ਨਹੀਂ ਕੀਤਾ, ਮੈਂ ਹੁਣ ਵੀ ਕਹਿਣਾ, ਮੈਥੋਂ ਝੱਲੀ ਨਹੀਂ ਜਾਂਦੀ ਕੋਈ ਚੀਜ਼, ਐਂ ਹੋ ਜਾਂਦੀ ਹੈ, ਮੇਰੇ ਅੰਦਰ ਹੀ ਹੋ ਗਈ ਇਹ ਗੱਲ। ਅਤੇ ਅੱਜ ਮੇਰੀ ਮਾਂ ਦਾ ਉਹ ਦਿੱਤਾ ਵਾ ਗੁਣ ਮੇਰੇ ਕਿੱਡਾ ਕੰਮ ਆਇਆ। ਜਾਣੀ ਚੰਗੇ ਗੁਣ ਆ ਜਿਹੜੇ ਪਤਾ ਹੀ ਨਹੀਂ ਤੁਹਾਨੂੰ ਕਿੱਥੇ ਤਾਰ ਕੇ ਲੈ ਜਾਣ। ਇਹ ਹਰ ਚੀਜ਼ ਕਦੇ ਨਾ ਕਦੇ ਕੰਮ ਆ ਜਾਂਦੀ ਹੁੰਦੀ ਹੈ। ਅਸੀਂ ਕਿਤੇ ਵੀ ਫਿਰਦੇ ਹਾਂ, ਕਿਤੇ ਵੀ ਤੁਰਦੇ ਹਾਂ, ਕਰਦੇ ਹਾਂ, ਸਾਡੇ 'ਤੇ ਹਰ ਵੇਲੇ ਉਹ ਕਰਤੇ ਦੀ ਨਜ਼ਰ ਹੈ। ਜੇ ਚਿੱਤ 'ਚ ਸਾਡੇ ਚਿਤਵਨੀ ਸਹੀ ਚੱਲਦੀ ਹੈ ਨਾ, ਅਸੀਂ ਆਪਣੇ ਵੱਲੋਂ ਸਹੀ ਕਰ ਰਹੇ ਹਾਂ, ਸਾਡੀ ਨਿਗਾਹ ਸੱਚਾਈ 'ਤੇ ਆ। ਅਸੀਂ ਆਪਦੀ ਕਿਸੇ ਪ੍ਰਾਲਬਧ ਕਾਰਨ, ਅਗਲੇ ਪਿਛਲੇ ਜਨਮਾਂ ਦੀ ਪ੍ਰਾਲਬਧ ਕਾਰਨ ਅਸੀਂ ਬੱਝੇ ਹੋਏ ਹਾਂ ਕਿਸੇ ਕਰਮ ਨਾਲ। ਕਈ ਵਾਰੀ ਪਤਾ ਵੀ ਹੁੰਦਾ ਕਿ ਇਹ ਕਰਮ ਦੇਖਣ ਨੂੰ ਬੁਰਾ ਲੱਗਣਾ, ਪਰ ਸਾਨੂੰ ਪੂਰਾ ਕਰਨਾ ਪੈਂਦਾ। ਜੇ ਅਸੀਂ ਸੁਚੇਤ ਹਾਂ ਤਾਂ ਅਸੀਂ ਖੁਸ਼ੀ ਨਾਲ ਭਰ ਜਾਵਾਂਗੇ, ਉਹਨੂੰ ਖੁਸ਼ੀ ਨਾਲ ਚੱਲ ਜਾਵਾਂਗੇ, ਖੁਸ਼ੀ ਨਾਲ ਕਰ ਜਾਵਾਂਗੇ। ਜਦੋਂ ਵੀ ਕਰੋ ਚੰਗਾ ਕਰੋ ਤਾਂ ਕਿ ਉਹਦਾ ਫਲ ਵੀ ਚੰਗਾ ਮਹਾਰਾਜ ਬਖਸ਼ਿਸ਼ ਕਰਦੇ ਆ। ਕਬੀਰ ਸਾਹਿਬ ਨੇ ਸਾਨੂੰ ਅਜਾਮਲ ਰਾਹੀਂ, ਸਾਰਿਆਂ ਰਾਹੀਂ ਇਹ ਉਦਾਹਰਨ ਦਿੱਤੀ ਹੈ।
ਸਿਮਰਨ ਤੋਂ ਸ਼ੁਰੂ ਕੀਤੀ ਹੈ ਗੱਲ ਕਿ ਹਰ ਵੇਲੇ ਸਿਮਰ, ਹਰ ਵੇਲੇ ਸਿਮਰ। ਜਿਹੜੀ ਗੱਲ ਦਾ ਸਿਮਰਨ ਚੱਲੂਗਾ ਉਹ ਗੱਲ ਨੇ ਤੁਹਾਡਾ ਅੱਗਾ ਸਵਾਰਨਾ, ਉਹ ਕਿਸੇ ਪਾਸੇ ਵਾਲੀ ਵੀ ਹੋ ਸਕਦੀ ਹੈ। ਜਿਹੜਾ ਬੰਦਾ ਕੋਈ ਮਾੜਾ ਕੰਮ ਕਰਨ ਲਈ ਵੀ ਸੋਚਦਾ ਰਹਿੰਦਾ ਉਹ ਤੋਂ ਕਿਸੇ ਦਿਨ ਹੋ ਹੀ ਜਾਣਾ, ਕਿਉਂਕਿ ਉਹ ਜਿਹੜੀ ਸੋਚ ਰੋਜ਼ ਆ ਰਹੀ ਹੈ ਉਹ ਇੱਕ ਦਿਨ ਸੱਚ ਬਣ ਜਾਣੀ ਹੈ। ਇਸੇ ਦੀ ਭਗਤ ਕਬੀਰ ਜੀ ਕਹਿੰਦੇ ਨੇ ਸਿਮਰ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ। ਸਿਮਰਨਾ ਹੁੰਦਾ ਚਿੱਤ ਦੇ ਵਿੱਚ ਚੱਲਦਾ ਹੋਵੇ, ਸਿਮਰਨਾ ਜਾਪ ਨਹੀਂ ਹੁੰਦਾ। ਇਹ ਜਾਪ ਤੋਂ ਅਗਲੀਆਂ ਅਵਸਥਾਵਾਂ। ਜਾਪ ਹੁੰਦਾ ਸ਼ੁਰੂਆਤ, ਜਦੋਂ ਅਸੀਂ ਕਿਸੇ ਦਾ ਨਾਮ ਵੀ ਨਹੀਂ ਜਾਣਦੇ, ਨਾਂ ਲਿਆ ਤਾਂ ਅਸੀਂ ਉੱਚੀ ਉੱਚੀ ਲੈਂਦੇ ਹਾਂ। ਉਹ ਨਾਂ ਲਿਆ ਵਾ ਸਾਡੇ ਚੇਤਨਾ 'ਚ ਉਤਰ ਜਾਂਦਾ। ਫਿਰ ਜਦੋਂ ਹੀ ਉਹ ਬੰਦੇ ਦਾ ਚਿਹਰਾ ਚੇਤੇ ਆਉਂਦਾ, ਅਸੀਂ ਬੋਲ ਕੇ ਨਹੀਂ ਕਹਿੰਦੇ ਫਲਾਨਾ, ਸਾਡੇ ਸਿਮਰਨ ਚੱਲ ਪੈਂਦਾ ਵੀ ਹਾਂ ਉਹਨੂੰ ਚੱਲਣਾ ਸ਼ੁਰੂ ਕਰ ਦੇਣਾ। ਜੋ ਚੱਲਦਾ ਉਹ ਆਪਣਾ ਰਿਜ਼ਲਟ ਲਿਆਉਂਦਾ। ਕਬੀਰ ਸਾਹਿਬ ਨੇ ਕਿਰਪਾ ਕੀਤੀ ਆ, ਰਹਿਮਤ ਕਰਨ, ਬੜੀ ਵੱਡੀ ਲਹਿਰ ਦਾ ਸ਼ੁਰੂਆਤ ਕੀਤੀ ਕਬੀਰ ਸਾਹਿਬ ਨੇ। ਭਾਰਤ ਵਰਸ ਦਾ ਮੁਹਾਂਦਰਾ ਬਦਲ ਕੇ ਰੱਖਤਾ, ਕਿਉਂਕਿ ਇਦੋਂ ਪਹਿਲਾਂ ਦੇ ਜਿਹੜੇ ਰਿਕਾਰਡ ਸੀਗੇ ਉਹ ਮਹਿਲਾਂ ਵਾਲਿਆਂ ਦੀ ਨਾਂ ਸੀ। ਜਿਹੜੇ 24 ਅਵਤਾਰ ਪਿੱਛੇ ਹੋਏ ਸਾਰੇ ਛਤਰੀ ਰਾਜੇ ਮਹਾਰਾਜੇ, ਮਹਾਤਮਾ ਬੁੱਧ ਵਰਗੇ, ਮਹਾਵੀਰ ਵਰਗੇ ਜਿੰਨੇ ਵੀ ਹੋਏ ਸੀ ਦੁਨੀਆ ਤੇ, ਇੱਕ ਕਬੀਰ ਸਾਹਿਬ ਵੀ ਸੀ ਜਿਨ੍ਹਾਂ ਨੇ ਝੋਪੜੀ 'ਚ ਰਹਿੰਦਿਆਂ ਨੇ ਵੀ ਪਾਇਆ ਵੀ ਇਸ ਦਾ ਕਿ ਡੰਕਾ ਵੀ ਇਸ ਦਾ ਖੜਕਾਇਆ। ਅੱਜ ਦੁਨੀਆ ਤੇ ਵੱਜਦਾ, ਪੂਰੀ ਦੁਨੀਆ ਤੇ ਅਧਿਆਤਮ ਦੀ ਗੱਲ ਚੱਲੇ ਤੇ ਕਬੀਰ ਸਾਹਿਬ ਦਾ ਜ਼ਿਕਰ ਨਾ ਆਵੇ, ਹੋ ਨਹੀਂ ਸਕਦਾ। ਕਿਸੇ ਧਰਮ ਦੇ ਲੋਕ ਹੋਣ, ਕਿਸੇ ਦੇ ਵੀ, ਕਬੀਰ ਸਾਹਿਬ ਦੀ ਬਾਣੀ 'ਚੋਂ, ਕਬੀਰ ਸਾਹਿਬ ਦੇ ਦੋਹਿਆਂ 'ਚੋਂ ਗੱਲ ਸਾਹਮਣੇ ਆਉਣੀ ਹੈ। ਤੇ ਇਵੇਂ ਜਿਵੇਂ ਅਧਿਆਤਮ ਦੀ ਗੱਲ ਚੱਲੇ ਤੇ ਬਾਬਾ ਬੁੱਲੇ ਸ਼ਾਹ ਨੂੰ ਯਾਦ ਨਾ ਕਰਨ, ਹੋ ਨਹੀਂ ਸਕਦਾ। ਕਿਉਂਕਿ ਉਹਦੇ ਐਸੇ ਧਰੂ ਤਾਰੇ ਨੇ, ਕਰਤੇ ਪੁਰਖ ਦੇ ਦਰ ਦੇ ਐਸੇ ਫੁੱਲ ਨੇ ਜਿਨ੍ਹਾਂ ਨੇ ਮਹਿਕਾਂ ਹੀ ਵੰਡੀਆਂ ਤੇ ਮਹਿਕਾਂ ਵੰਡਦੇ ਰਹਿਣਾ। ਸਤਿਗੁਰੂ ਰਹਿਮਤ ਕਰਨ, ਗੁਰੂ ਨਾਨਕ ਸਾਹਿਬ ਨੇ ਜੋ ਸੇਵਾ ਸੌਂਪੀ ਹੈ, ਜੋ ਲਾਈ ਹੈ, ਜੋ ਅਨੁਭਵ ਦਿੱਤੇ ਆ, ਉਹਨਾਂ ਦੀ ਸਾਂਝ ਆਪਾਂ ਪਾਉਂਦੇ ਰਹੀਏ, ਚੜ੍ਹਦੀ ਕਲਾ ਨਾਲ ਵਿਚਰਦੇ ਰਹੀਏ। ਜਿਵੇਂ ਜਿਵੇਂ ਸਤਿਗੁਰੂ ਬਖਸ਼ਿਸ਼ ਕਰਦੇ ਰਹਿਣਗੇ, ਆਪਾਂ ਅੱਗੇ ਦੀ ਅੱਗੇ ਸਾਂਝ ਪਾਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੈਸੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਵਾਕ ਲੈ ਕੇ, ਸ਼ਬਦ ਲੈ ਕੇ, ਉਹਨਾਂ ਸ਼ਬਦਾਂ ਦੀ ਵੀ ਸਾਂਝ ਪਾਵਾਂਗੇ, ਕਿਉਂਕਿ ਸਾਧਨਾ ਨਾਲ ਸੰਬੰਧਿਤ ਕਬੀਰ ਸਾਹਿਬ ਦੀ ਬਹੁਤ ਬਾਣੀ ਆ, ਗੁਰੂ ਨਾਨਕ ਸਾਹਿਬ ਦੀ ਬਹੁਤ ਬਾਣੀ ਆ, ਉਹਦੀ ਵੀ ਆਪਾਂ ਹੌਲੀ ਹੌਲੀ ਜ਼ਿਕਰ ਕਰਾਂਗੇ ਸਾਰੇ ਕਾਹੇ ਦਾ। ਅਗਲੇ ਮਹੀਨੇ 10 ਸਤੰਬਰ ਨੂੰ ਵਰਸੀ ਆ ਰਹੀ ਆ ਮਾਤਾ ਦੇਸਾਂ ਦੀ, ਜੋ ਸਾਲਾਨਾ ਵਰਸੀ ਹੁੰਦੀ ਆ। ਜਿੱਥੇ ਵੀ ਬੈਠੇ ਹੋ, ਸੁਣਦੇ ਹੋ, ਕੋਸ਼ਿਸ਼ ਕਰਿਓ, ਜਿਹੜੇ ਆ ਸਕਦੇ ਨੇ ਵੀਰ ਭੈਣ ਆਇਓ, ਜ਼ਰੂਰ ਹਾਜ਼ਰੀਆਂ ਭਰਿਓ, ਦਰਸ਼ਨ ਦਿਦਾਰੇ ਕਰਿਓ ਉਸ ਦਰ ਦੇ ਜੋ ਦੁਨੀਆ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਦੇ ਰੂਪ 'ਚ ਸੁਸ਼ੋਭਿਤ ਆ, ਜੋ ਕਲਗੀਧਰ ਪਾਤਸ਼ਾਹ ਦੀ ਸਾਖਸ਼ਾਤ ਗਵਾਹੀ ਭਰਨ ਵਾਲੀ ਨਿਸ਼ਾਨੀ ਆ, ਜਿਹੜੀ ਇੱਕ ਗਵਾਹੀ ਭਰਦੀ ਆ ਸਤਿਗੁਰਾਂ ਦੀ ਉਸ ਇਤਿਹਾਸ ਦੀ ਕਿ ਸਾਚ ਕਹੂੰ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰਾਂ ਦੀ ਪ੍ਰੇਮਾ ਭਗਤੀ, ਮਾਤਾ ਦੇਸਾਂ ਦੀ ਪ੍ਰੇਮਾ ਭਗਤੀ ਨੂੰ ਭਾਗ ਲਾਏ। ਸਤਿਗੁਰਾਂ ਦੀ ਕੀਤੀ ਬਖਸ਼ਿਸ਼ ਦੀ ਇਹ ਨਿਸ਼ਾਨੀ ਅੱਜ ਵੀ ਆਪਣੇ ਆਪੇ 'ਚ ਗਵਾਹ, ਤੇ ਸਾਨੂੰ ਮਾਣ ਆ ਇਹਦੀ ਸੇਵਾ ਕਰਨ ਦਾ, ਇਹ ਬੁਰਜ ਸਾਹਿਬ ਦੇ ਵਿੱਚ ਰਹਿਣ ਦਾ, ਕੋਲ ਰਹਿਣ ਦਾ, ਜਿੱਥੇ ਆ ਕੇ ਤਪਦੇ ਹਿਰਦਿਆਂ ਨੂੰ ਵੀ ਠੰਡ ਮਿਲਦੀ ਹੈ, ਅਧਿਆਤਮਿਕ ਦੀਆਂ ਦਾਤਾਂ ਮਿਲਦੀਆਂ, ਬ੍ਰਹਮ ਗਿਆਨ ਦੀਆਂ ਦਾਤਾਂ ਮਿਲਦੀਆਂ। ਆਓ ਆਪਾਂ ਇਕੱਠੇ ਹੋਵਾਂਗੇ ਫਿਰ ਵਰਸੀ ਵਾਲੇ ਦਿਨ 10 ਸਤੰਬਰ ਨੂੰ। ਉਦੋਂ ਤੱਕ ਤੁਸੀਂ ਵੀ ਜ਼ਰੂਰ ਕੱਢਿਓ ਟਾਈਮ, ਆਇਓ, ਹਾਜ਼ਰੀਆਂ ਭਰਿਓ, ਜੋ ਵੀ ਕੋਈ ਸੇਵਾ ਆਪਣੇ ਵੱਲੋਂ ਕਰ ਸਕਦੇ ਹੋ ਜ਼ਰੂਰ ਸੇਵਾ ਦੇ ਵਿੱਚ ਵੀ ਹਿੱਸਾ ਪਾਇਓ, ਯੋਗਦਾਨ ਪਾਇਓ। ਜਿੱਥੇ ਵੀ ਰਹੋ ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ। ਗੁਰੂ ਨਾਨਕ ਦੇ ਘਰ ਆਉਣ ਵਾਲਾ, ਗੁਰੂ ਨਾਨਕ ਨੂੰ ਧੰਨ ਕਹਿਣ ਵਾਲਾ ਕਦੇ ਨਰਕਾਂ ਦੇ ਰਾਹ ਨਹੀਂ ਪੈਂਦਾ, ਚੇਤਾ ਰੱਖਿਓ। ਸਤਿਗੁਰਾਂ ਦਾ ਬਚਨ ਹੈ ਕਿ ਜਿਹਨੇ ਖੰਡੇ ਦੀ ਪਹੁਲ ਲੈ ਲਈ, ਨਰਕ ਤਾਂ ਅਸੀਂ ਜਾਣ ਨਹੀਂ ਦਿੰਦੇ। ਹਾਂ, ਜਨਮ ਦੁਬਾਰੇ ਇੱਥੇ ਦਵਾ ਸਕਦੇ ਹਾਂ, ਜਿੰਨਾ ਚਿਰ ਕਲੀਅਰ ਨਹੀਂ ਹੁੰਦਾ। ਕਰ ਦੇਣਗੇ ਸਤਿਗੁਰੂ ਕਿਰਪਾ, ਰਹਿਮਤ ਰੱਖਣਗੇ। ਖੰਡੇ ਦੀ ਪਹੁਲ ਕਦੋਂ ਮਿਲਣੀ ਹੈ ਤੇ ਕਦੋਂ ਤੁਹਾਡਾ ਮਨ ਮੰਨਣਾ, ਇਹ ਵੱਖਰੀ ਗੱਲ ਆ, ਪਰ ਆ ਸ਼ੁਰੂਆਤ ਬੈਠਣ ਵਾਲੀ, ਸਿਮਰਨ ਕਰਨ ਵਾਲੀ ਜ਼ਰੂਰ ਕਰ ਲਓ, ਤਾਂ ਕਿ ਉਹ ਵੱਖਰਾ ਵਿਸਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਸਾਡਾ ਤਾਂ ਜਿਹੜਾ ਉਪਦੇਸ਼ ਹੈ
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਸਾਰੀ ਦੁਨੀਆ ਲਈ ਸਾਂਝਾ। ਜਪੋ ਧਿਆਓ ਸਿਮਰੋ ਗਾਈਡੈਂਸ ਲਓ ਗੁਰੂ ਗ੍ਰੰਥ ਸਾਹਿਬ ਚੋਂ। ਜੇ ਖਾਲਸੇ ਪੰਥ ਦਾ ਹਿੱਸਾ ਬਣਨਾ, ਕਲਗੀਧਰ ਦੇ ਪੁੱਤਰ ਬਣਨਾ, ਗੁਰੂ ਨਾਨਕ ਦੀ ਪਰਸਨਲ ਪ੍ਰੋਪਰਟੀ ਦੇ ਮਾਲਕ ਬਣਨਾ, ਫਿਰ ਤੁਹਾਨੂੰ ਉਸੇ ਮਰਜ਼ਾਦਾ 'ਚ ਆ ਕੇ ਖੰਡੇ ਦੀ ਪੌਲ ਲੈ ਕੇ ਚੜ੍ਹਦੀ ਕਲਾ ਨਾਲ ਵਿਚਰਨਾ ਪੈਣਾ। ਅਤੇ ਮਹਾਰਾਜ ਕਿਰਪਾ ਕਰਨ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।